ਸਤਿ ਸ਼੍ਰੀ ਅਕਾਲ, ਮੈਂ ਹਰਸ਼ਦੀਪ ਕੌਰ। ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਅੱਜ ਤੱਕ ਦੇ ਏਜੰਡਾ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ ਤੇ ਬਾਖੂਬੀ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਤੇ ਅੱਜ ਉਹਨਾਂ ਜਵਾਬਾਂ ਨੂੰ ਅਸੀਂ ਡੀਕੋਡ ਕਰਦੇ ਆ। ਮੇਰੇ ਨਾਲ ਇੰਡੀਆ ਟੂਡੇ ਗਰੁੱਪ ਦੇ ਸੀਨੀਅਰ ਐਡੀਟਰ ਹਰਮੀਤ ਸ਼ਾਹ ਸਿੰਘ ਜੀ ਨੇ, ਸਾਡੇ ਨਾਲ ਮਨਦੀਪ ਸਿੰਘ ਨੇ, ਸਾਡੇ ਨਾਲ ਸਤਿੰਦਰ ਚੌਹਾਨ ਨੇ, ਸਾਡੇ ਨਾਲ ਅਨਿਲੇਸ਼ ਮਹਾਜਨ ਨੇ, ਸੁਪ੍ਰਿਆ ਭਾਰਦਵਾਜ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆ, ਪੰਜਾਬ ਦੇ ਮੁੱਦਿਆਂ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ 2022 ਦੇ ਲਈ ਉਹ ਕਿੰਨੇ ਤਿਆਰ ਨੇ ਤੇ ਅੱਜ ਜਿਹੜੇ ਇੰਟਰਵਿਊ 'ਚ ਉਹਨਾਂ ਨੇ ਜੋ ਜਵਾਬ ਦਿੱਤੇ ਨੇ ਕਿਸ ਤਰ੍ਹਾਂ ਉਹਨਾਂ ਨੇ ਸੰਭਾਲੇ ਤੇ ਉਹਨਾਂ ਨੇ ਗੋਲ ਹੋਣ ਨਹੀਂ ਦਿੱਤਾ, ਜਿਵੇਂ ਉਹਨਾਂ ਨੇ ਅੰਦਰ ਗੱਲ ਵੀ ਕੀਤੀ ਸੀ। ਦੇਖੋ, ਜਿਹੜਾ ਇੰਟਰਵਿਊ ਸੀ ਉਹ ਬੜਾ ਸੱਦਿਆ ਹੋਇਆ ਇਹਨੂੰ ਕਹਿ ਸਕਦੇ ਹਾਂ ਕਿ ਬੜੀ ਚਲਾਕੀ ਨਾਲ ਔਰ ਇੱਕ ਇੰਟੈਲੈਕਚੁਅਲ ਜੋ ਬੰਦਾ ਹੁੰਦਾ ਹੈ ਉਹਦੇ ਨਾਲ, ਔਰ ਆਪਾਂ ਕਹਿ ਸਕਦੇ ਹਾਂ ਕਿ ਚੰਨੀ ਪੰਜਾਬ ਦੀ ਪੋਲਿਟਿਕਸ 'ਚ ਪੂਰੀ ਮਹਾਰਤ ਹਾਸਿਲ ਕਰ ਚੁੱਕਾ ਹੈ, ਰਚ ਮਿਚ ਗਏ ਨੇ। ਔਰ ਜਿਹੜੇ ਅੱਜ ਸਵਾਲਾਂ ਦੇ ਜਵਾਬ ਸੀ ਜਿਨ੍ਹਾਂ 'ਚ ਰਾਹੁਲ ਗਾਂਧੀ ਨੂੰ ਲੈ ਕੇ ਅਨਿਲੇਸ਼ ਭਾਜੀ ਨੇ ਸਵਾਲ ਕੀਤਾ ਸੀ ਕਿ ਕਾਂਗਰਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ, 84 ਵਿੱਚ ਕੀ ਹੋਇਆ ਸੀ। ਸਾਡੇ ਐਡੀਟਰ ਨਿਊਜ਼ ਡਾਇਰੈਕਟਰ ਰਾਹੁਲ ਕਾਵਲ ਨੇ ਇੱਕ ਸਵਾਲ ਪੁੱਛਿਆ ਸੀ ਕਿ ਕਨਵਰਜਨ ਦੇ ਮਸਲਿਆਂ ਤੇ ਤੁਸੀਂ ਕੀ ਕਰਨਾ ਚਾਹੋਗੇ। ਤਾਂ ਜਿਹੜੀ ਉਹਨਾਂ ਦੀ ਗੱਲਬਾਤ ਸੀ ਉਹ ਗੱਲਬਾਤ 'ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਨੇ ਬੜੇ ਇੱਕ ਸੰਭਲੇ ਹੋਏ ਸੱਦੇ ਹੋਏ ਤਰੀਕੇ ਨਾਲ ਜਵਾਬ ਦਿੱਤੇ ਸੀ ਔਰ ਕਿਸੇ ਵੀ ਸਵਾਲ ਤੇ ਉਹ ਫਸੇ ਨਹੀਂ। ਔਰ ਮੈਨੂੰ ਲੱਗਦਾ ਹੈ ਜਦ ਤੋਂ ਉਹ ਚੀਫ ਮਿਨਿਸਟਰ ਬਣੇ ਇਹ ਪਹਿਲਾ ਇੰਟਰਵਿਊ ਹੈ ਉਹਨਾਂ ਦਾ ਜਿਸ ਵਿੱਚ ਉਹਨਾਂ ਨੇ ਸਾਰੇ ਐਸਪੈਕਟ ਐਂਡ उन्होंने फेस किया है कि सारी जर्नलिस्ट कम्युनिटी इंडिया टुडे ग्रुप तुसी समझ सकते हो कि इत्थे सारे सवाल हैं और कोई भी लाग लपेट वाला क्वेश्चन नहीं सी, सारे सवाल स्ट्रेट सी। इंदिरा गांधी परिवार तो लेके कन्वर्जन ते मसलों ते नवजोत सिद्धू ते लेके जेड़े भी जवाब से वो लग रहा है कि आने वाली पॉलिटिक्स चन्नी हुण पंजाब में एक ब्रांड ते नाम एस्टैबलिश हो चुका है। मतलब राहुल गांधी रॉन्ग चॉइस ने संभाल लिया ਉਹਨਾਂ ਨੇ, ਜਿਵੇਂ ਅਸੀਂ ਕਹਿੰਦੇ ਨਾ ਹਰ ਚੀਜ਼ ਨੂੰ ਸੰਭਾਲਿਆ ਉਹਨਾਂ ਨੇ। ਜਿਹੜੇ ਜਦੋਂ ਚੰਨੀ ਨੂੰ ਸੀਐਮ ਡਿਕਲੇਅਰ ਕੀਤਾ ਸੀਗਾ ਤੇ ਹੀ ਵਾਸ ਵਿਊਡ ਐਜ਼ ਐਨ ਆਊਟਸਾਈਡਰ, ਠੀਕ ਹੈ ਨਾ, ਐਕਸੀਡੈਂਟਲ ਸੀਐਮ। ਇਸ ਇੰਟਰਵਿਊ 'ਚ ਉਹਨਾਂ ਨੇ ਆਪਣੇ ਆਪ ਨੂੰ ਐਜ਼ ਐਨ ਇਨਸਾਈਡਰ ਐਸਟੈਬਲਿਸ਼ ਕਰ ਲਿਆ। ਇਹ ਚੀਜ਼ ਸਮਝ ਆ ਰਹੀ ਹੈ ਕਿ ਇੱਕ ਬਹੁਤ ਜਿਹੜੀ ਫੀਲਿੰਗ ਜਿਹੜੀ ਉਹਨਾਂ ਨੂੰ ਵੇਖ ਕੇ ਆਈ ਕਿ ਇੱਕ ਬਹੁਤ ਸਹਿਜ ਪਰਸਨੈਲਿਟੀ, ਜਿੱਦਾਂ ਇੱਕ ਫਸਟ ਟਾਈਮਰ ਤੋਂ ਅਸੀਂ ਐਕਸਪੈਕਟ ਨਹੀਂ ਕਰ ਸਕਦੇ। ਇੱਕ ਬਹੁਤ ਸਹਿਜ ਉਹਨਾਂ ਦਾ ਆਊਟਲੁੱਕ, ਇੱਕ ਜਿੱਦਾਂ ਗੌਰ ਗੰਭੀਰ ਪੋਇਜ਼ ਵਾਲਾ ਸੀਐਮ। ਇਹ ਪਰਸਨੈਲਿਟੀ ਕਿੰਨੀ ਕੋ ਡੈਪਥ ਰੱਖਦੀ ਹੈ, ਇਹ ਅਨਿਲੇਸ਼ ਇਸ ਬਾਰੇ ਜ਼ਿਆਦਾ ਜਾਣਦੇ ਨੇ। ਅਨਿਲੇਸ਼ ਕੈਨ ਟਾਕ ਅਬਾਊਟ ਇਟ, ਬਟ this was a very big surprise to see him so composed, ਇੰਨੇ ਜ਼ਿਆਦਾ ਈਜ਼ ਨਾਲ ਸਵਾਲਾਂ ਦੇ ਜਵਾਬ ਦਿੰਦੇ ਹੋਏ, ਕਿਤੇ ਵੀ ਅਨਫੇਜ਼ ਨਹੀਂ ਹੋਏ ਉਹ। ਕਿਸੇ ਵੀ ਸਵਾਲ ਨੂੰ ਲੈ ਕੇ ਬੜੇ ਹਾਰਡ ਸਵਾਲ ਕੀਤੇ ਗਏ, ਹਾਂ, ਕਿਤੇ ਵੀ ਉਹ ਜਿਹੜੇ ਨਾ ਉਹਨਾਂ ਨੇ ਆਪਣਾ ਕੂਲ ਨਹੀਂ ਲੂਜ਼ ਕੀਤਾ ਤੇ ਬੜੇ ਸਹਿਜ ਢੰਗ ਨਾਲ ਜਵਾਬ ਦਿੱਤੇ। ਕਾਂਗਰਸੀ ਪਰਸੈਪਸ਼ਨ ਉਹਨਾਂ ਨੇ ਬਦਲ ਹੀ ਦਿੱਤੀ। ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਸੀ ਫਾਰਮ ਹਾਊਸ ਸਰਕਾਰ ਚਲਾਉਂਦੇ ਨੇ, ਲੋਕਾਂ 'ਚ ਨਿਕਲਦੇ ਨਹੀਂ ਨੇ। ਇਹਨਾਂ ਨੇ ਆਪਣੇ ਆਪ ਨੂੰ ਆਮ ਆਦਮੀ ਦੇ ਤੌਰ ਤੇ ਪ੍ਰੋਜੈਕਟ ਕੀਤਾ ਤੇ ਕਾਂਗਰਸੀ ਪਰਸੈਪਸ਼ਨ ਪੰਜਾਬ 'ਚ ਬਦਲ ਦਿੱਤੀ। ਤੁਹਾਨੂੰ ਯਾਦ ਹੋਵੇਗਾ ਪਹਿਲਾਂ ਜਿਹੜੇ ਸਰਵੇ ਆ ਰਹੇ ਸੀ ਆਮ ਆਦਮੀ ਪਾਰਟੀ ਲੀਡ ਕਰ ਰਹੀ ਸੀ, ਪਰ ਚੰਨੀ ਨੇ ਸਭ ਕੁਝ ਬਦਲ ਦਿੱਤਾ, ਗੇਮ ਉਲਟਾ ਦਿੱਤੀ। ਸਿੱਧੂ ਨੂੰ ਪਹਿਲਾਂ ਲੱਗਿਆ ਹੋਏਗਾ ਕਿ ਬਈ ਇਹ ਕੀ ਕਰ ਲੇਗਾ। ਕੈਬਨਿਟ 'ਚ ਜਦੋਂ ਚਰਨਜੀਤ ਸਿੰਘ ਚੰਨੀ ਮਿਨਿਸਟਰ ਸੀ ਕੋਈ ਨੋਟਿਸ ਨਹੀਂ ਕਰਦਾ ਸੀ ਉਹਨਾਂ ਨੂੰ, ਸ਼ਾਇਦ ਹੀ ਅਸੀਂ ਕਦੀ ਉਹਨਾਂ ਬਾਰੇ ਪਹਿਲਾਂ ਗੱਲ ਕੀਤੀ ਹੋਵੇ। ਅਚਾਨਕ ਹੀ ਚਮਕ ਪਏ ਹੋ ਤੇ ਇਸ ਇੰਟਰਵਿਊ 'ਚ ਕਿਸ ਤਰ੍ਹਾਂ ਉਹਨਾਂ ਨੇ ਗੱਲਾਂ ਕੀਤੀਆਂ? ਮੈਂ ਇਸ ਤੋਂ ਥੋੜਾ ਜਿਹਾ ਇਤਫਾਕ ਨਹੀਂ ਰੱਖਦਾ। ਅਸੀਂ ਪਹਿਲਾਂ ਤੋਂ ਉਹਨਾਂ ਨੂੰ ਨੋਟਿਸ ਕਰ ਰਹੇ ਸੀਗੇ। ਪੰਜਾਬ ਦੀ ਕੈਬਨਿਟ ਦੇ ਵਿੱਚ ਸਿਰਫ 3 ਹੀ ਦਲਿਤ ਜਿਹੜੇ ਸੀਗੇ ਉਹ ਕੈਬਨਿਟ ਮਿਨਿਸਟਰ ਸੀਗੇ ਔਰ ਇਹ ਬਹੁਤ ਵੋਕਲ ਮਿਨਿਸਟਰ ਸੀਗੇ। ਉਦੋਂ ਜਦੋਂ ਸ਼ਰਾਬ ਦੀ ਸਮਗਲਿੰਗ ਦਾ ਇਸ਼ੂ ਸੀਗਾ, ਇਲਿਸਿਟ ਲਿਕਰ ਦਾ ਇਸ਼ੂ ਸੀ, ਹੀ ਵਾਸ ਵੈਰੀ ਵੋਕਲ। ਔਰ ਅਗਰ ਅਸੀਂ ਚੰਨੀ ਸਾਹਿਬ ਦੀ ਪੋਲੀਟੀਕਲ ਹਿਸਟਰੀ ਵੀ ਦੇਖੀਏ, ਇਹ ਐਮਐਲਏ ਬਣਨ ਤੋਂ ਪਹਿਲੇ ਖਰੜ ਦੇ ਵਿੱਚ ਕਾਰਪੋਰੇਟਰ ਸੀਗੇ, ਉਦੋਂ ਵੀ ਇਹ ਕਾਫੀ ਵੋਕਲ ਹੁੰਦੇ ਸੀ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ। ਹੁਣ ਤੁਸੀਂ ਦੇਖਿਆ ਹੋਏਗਾ ਬਲਬੀਰ ਸਿੱਧੂ ਨੂੰ ਆਪਣੀ ਕੈਬਨਿਟ 'ਚ ਨਹੀਂ ਲਿਆ। ਇਹ ਉਹਨਾਂ ਦੀ ਰਾਈਵਲਰੀ ਉਦੋਂ ਤੋਂ ਚੱਲ ਰਹੀ ਹੈ ਔਰ ਉਸ ਰਾਈਵਲਰੀ ਨੂੰ ਇਹਨਾਂ ਨੇ ਇੱਕ ਅਲੱਗ ਲੈਵਲ ਤੇ ਲੈ ਕੇ ਗਏ ਹੈ। ਔਰ ਆਪਣੇ ਹੁਣ ਜਿਹੜੇ ਏਜੰਡੇ ਹੈ, ਜਿਹੜੇ ਗਰੀਬ ਲੋਕਾਂ ਦੀ ਗੱਲ ਹੈਗੀ ਹੈ, ਜਿਹੜੇ ਦਲਿਤ ਪਰਿਵਾਰਾਂ ਦੇ ਇਸ਼ੂਜ਼ ਹੈਗੇ ਆ, ਹੀ ਇਜ਼ ਟਰਾਈਂਗ ਟੂ ਰਿਜ਼ੋਲਵ ਦੈਟ। ਅਗਰ ਤੁਸੀਂ ਦੇਖੀਏ ਪੰਜਾਬ ਦੇ ਵਿੱਚ 2 ਹੀ ਚੀਫ ਮਿਨਿਸਟਰ ਰਹੇ ਆ 25 ਸਾਲ ਤੋਂ, ਪ੍ਰਕਾਸ਼ ਸਿੰਘ ਬਾਦਲ ਤੇ ਆਪਣੇ ਕੈਪਟਨ ਅਮਰਿੰਦਰ ਸਿੰਘ। ਪ੍ਰਕਾਸ਼ ਸਿੰਘ ਬਾਦਲ ਫਿਰ ਵੀ ਜਿਹੜੇ ਨੇ ਉਹ ਗਰੀਬ ਲੋਕਾਂ ਦੇ ਵਿੱਚ, ਆਮ ਆਦਮੀ ਦੇ ਵਿੱਚ ਵਿਚਰਦੇ ਆ। ਉਹ ਜੋ ਚੰਨੀ ਸਾਹਿਬ ਹੁਣ ਕਰ ਰਹੇ
ਉਹ ਅੱਜ ਤੋਂ 25-30 ਸਾਲ ਪਹਿਲੇ ਕਰਦੇ ਸੀ। ਉਹਨਾਂ ਦੇ ਬਾਰੇ ਮਸ਼ਹੂਰ ਸੀ ਸਵੇਰੇ 4 ਵਜੇ ਉੱਠ ਜਾਂਦੇ ਆ ਔਰ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰਦੇ ਸੀਗੇ। ਉਦੋਂ ਸ਼ਾਇਦ ਸੋਸ਼ਲ ਮੀਡੀਆ ਨਹੀਂ ਸੀ, ਟੈਲੀਵਿਜ਼ਨ ਮੀਡੀਆ ਨਹੀਂ ਸੀ, ਬਟ ਹੀ ਵਾਸ ਡੂਇੰਗ ਲਾਈਕ ਦਿਸ। ਪਰ ਚੰਨੀ ਸਾਹਿਬ ਅੱਜ ਦੀ ਜੋ ਰਿਕੁਆਇਰਮੈਂਟ ਹੈ ਪੰਜਾਬ ਦੀ, ਉਹਦੇ ਤੇ ਕਾਫੀ ਹੱਦ ਤੱਕ ਜਿਹੜੇ ਹੈ ਉਹਨਾਂ ਨੇ ਪਲਸ ਫੜੀ ਹੋਈ ਹੈ। ਅਗਰ ਮੈਂ ਉਹਨੂੰ ਥੋੜਾ ਜਿਹਾ ਦੂਰੋਂ ਦੇਖਾਂ, ਚੰਨੀ ਸਾਹਿਬ ਇੱਕ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਹੈ ਜਿਨ੍ਹਾਂ ਨੇ ਪੋਲਿਟਿਕਸ ਨੂੰ ਜੀਆ ਵੀ ਹੈ, ਪ੍ਰੈਕਟਿਸ ਵੀ ਕੀਤਾ ਤੇ ਉਹ ਥਿਊਰੀ 'ਚ ਪੜ੍ਹਦੇ ਵੀ ਹੈ। ਉਹਨਾਂ ਨੇ ਪੋਲੀਟੀਕਲ ਸਾਇੰਸ ਦੇ ਵਿੱਚ ਐਮਏ ਕੀਤੀ ਹੋਈ ਹੈ ਔਰ ਪੀਐਚਡੀ ਵੀ ਪੋਲੀਟੀਕਲ ਸਾਇੰਸ 'ਚ ਕਰ ਰਹੇ ਹੈ ਕਿ ਕਾਂਗਰਸ ਪਿਛਲੇ 20 ਸਾਲ 'ਚ ਇਲੈਕਟੋਰਲੀ ਫੇਲ ਕਿਉਂ ਹੋ ਰਹੀ ਹੈ, ਉਸ ਤੇ ਪੂਰੀ ਰਿਸਰਚ ਕਰ ਰਹੇ ਔਰ ਉਹ ਗਲਤੀਆਂ ਨੂੰ ਪੁਆਇੰਟ ਆਊਟ ਕੀਤਾ ਔਰ ਅੱਜ ਤੋਂ ਨਹੀਂ ਕਰ ਰਹੇ, ਪਿਛਲੇ 3-4 ਸਾਲ ਤੋਂ ਬਾਰ-ਬਾਰ ਪੁਆਇੰਟ ਆਊਟ ਕਰ ਰਹੇ ਹੈ ਕਿ ਇਹ ਲੋਕ ਜਿਹੜੇ ਹੈ ਗਲਤ ਖੜੇ ਹੋ ਰਹੇ ਹੈ, ਇਹ ਮਸਲੇ ਗਲਤ ਕਾਂਗਰਸ ਚੁੱਕ ਰਹੀ ਹੈ। ਅੱਜ ਉਹਨਾਂ ਦੇ ਕੋਲ ਲਗਾਮ ਹੈਗੀ ਹੈ ਪੰਜਾਬ ਦੀ ਤੇ ਉਹ ਕੁਝ ਮਸਲੇ ਮੈਨੂੰ ਲੱਗਦਾ ਹੈ ਪਲਸ ਸਹੀ ਫੜੀ ਹੋਈ ਹੈ, ਪਰ ਉਹਨਾਂ ਦੀ ਉਹ ਹਾਲੇ ਜਿਹੜੀ ਦਵਾਈ ਹੈ ਉਹ ਹਾਲੇ ਉਨੀ ਕੀ ਦੇ ਪਾ ਰਹੇ ਜਿੰਨੀ ਕਿ ਉਹਨਾਂ ਦੀ ਜੇਬ 'ਚ ਸਮਰਥਾ ਹੈ। ਸੁਪ੍ਰਿਆ ਭਾਰਦਵਾਜ ਵੀ ਸਾਡੇ ਨਾਲ ਹੈ ਔਰ ਸੁਪ੍ਰਿया जो है पूरी कांग्रेस पार्टी ਨੂੰ ਕਵਰ ਕਰਦੀ ਹੈ। ਸੁਪ੍ਰਿया, ਜਿਸ ਢੰਗ ਤਰੀਕੇ ਨਾਲ ਚੰਨੀ ਜੀ ਪੋਲਿਟਿਕਸ ਆਏ ਹੈ, ਤੁਹਾਨੂੰ ਲੱਗਦਾ ਹੈ ਕਿ ਨੈਸ਼ਨਲ ਪੋਲਿਟਿਕਸ 'ਚ ਕੁਝ ਬਦਲਾਵ ਹੋਏਗਾ? ਕਿਉਂਕਿ ਰਾਹੁਲ ਗਾਂਧੀ ਦਾ ਸੁਪਨਾ ਕਹਿੰਦੇ ਕਿ ਉਹ ਇੱਕ ਦਲਿਤ ਫੇਸ ਨੂੰ ਅੱਗੇ ਲਾਉਣ ਦੇ ਗੱਲ ਕਰਦੇ ਸੀ। ਹਰਿਆਣਾ 'ਚ ਹੋਇਆ ਨਹੀਂ, ਕੁਮਾਰੀ ਸੈਲਜਾ ਨੂੰ ਬੜਾ ਟਰਾਈ ਕੀਤਾ ਬਟ ਨਹੀਂ ਹੋਇਆ। ਤੁਹਾਨੂੰ ਲੱਗਦਾ ਹੈ ਕਿ ਦੇਸ਼ 'ਚ ਹੁਣ ਦਲਿਤ ਵੌਇਸ ਬਣਕਰ ਚੰਨੀ ਆਏ? ਸਿੰਦਰ, ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਜਿਸ ਵੇਲੇ ਚੰਨੀ ਦੇ ਨਾਂ ਦੀ ਅਨਾਉਂਸਮੈਂਟ ਹੋ ਰਹੀ ਸੀ, ਸਿਰਫ ਰਾਹੁਲ ਗਾਂਧੀ ਖੜਿਆ ਸੀ ਪਿੱਛੇ ਉਹਦੇ। ਆਈ ਮੀਨ ਇਟ ਵਾਸ ਵੈਰੀ ਡਿਫਿਕਲਟ ਬਿਕਾਜ਼ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਰਿਪਲੇਸ ਕਰ ਰਹੇ ਸੀ ਤੇ ਤੁਹਾਨੂੰ ਪੀਪਲ ਲਾਈਕ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਇੰਨੇ ਵੱਡੇ ਵੱਡੇ ਨਾਮ, ਅੰਬਿਕਾ ਸੋਨੀ ਦਾ ਵੀ ਨਾਮ ਚੱਲਿਆ ਸੀ। ਇਹਨਾਂ ਨੂੰ ਸਾਈਡ ਕਰਕੇ ਇੱਕ ਇਹੋ ਜਿਹੇ ਬੰਦੇ ਨੂੰ ਲਾਣਾ ਸੀ ਜਿਹਦੀ ਦਿੱਲੀ ਤੱਕ ਕੋਈ ਪਹਿਚਾਨ ਨਹੀਂ ਸੀਗੀ। ਲਾਈਕ ਪੀਪਲ ਨਿਊ ਹਿਮ, ਲੋਕਾਂ ਨੂੰ ਪਤਾ ਸੀਗਾ ਕਿ ਵੀ ਹਾਂ ਚੰਨੀ ਹੈਗਾ, CLP ਵੀ ਸੀਗੇ, ਮੰਤਰੀ ਹੈਗਾ, ਬਟ ਦਿੱਲੀ ਉਹਨੇ ਤਰੀਕੇ ਨਾਲ ਉਹਨੂੰ ਜਾਣਦੀ ਨਹੀਂ ਸੀ। ਇਟ ਵਾਸ ਅ ਮਾਸਟਰ ਕਾਰਡ ਔਰ ਅ ਮਾਸਟਰ ਸਟ੍ਰੋਕ ਐਂਡ ਅ ਵੈਰੀ ਹਾਈ ਰਿਸਕ, ਜਿੱਦਾਂ ਆਪਾਂ ਕਹੀਏ ਕਿ ਬੜਾ ਹਾਈ ਰਿਸਕ ਗੈਂਬਲ ਜਿਹੜਾ ਸੀਗਾ ਰਾਹੁਲ ਗਾਂਧੀ ਨੇ ਪਲੇ ਕੀਤਾ ਤੇ ਐਂਡ ਇਹਦੇ ਵਿੱਚ ਸਿਰਫ ਪੰਜਾਬ ਨੂੰ ਨਾ ਵੇਖਿਓ, ਇਸ ਕਾਰਡ ਨਾਲ ਰਾਹੁਲ ਗਾਂਧੀ ਪੂਰਾ ਨਾਰਥ ਇੰਡੀਆ ਨੂੰ ਸਾਂਭਣਾ ਚਾਹੁੰਦਾ ਹੈ। ਯੂ ਨਾਟ ਜਸਟ ਉਹਦੀ ਚੰਨੀ ਦੀ ਧਮਕ ਜਿਹੜੀ ਹੈ ਨਾ ਸਿਰਫ ਪੰਜਾਬ ਦੇ ਵਿੱਚ, ਨਾਲ ਰਾਜਸਥਾਨ ਹੈਗਾ, ਹਰਿਆਣਾ ਹੈਗਾ, ਉਹਦੇ ਨਾਲ UP ਹੈਗਾ, ਹਿਮਾਚਲ ਹੈਗਾ, ਉੱਥੇ ਵੀ ਕਾਂਗਰਸ ਪਾਰਟੀ ਚੰਨੀ ਕਾਰਡ ਪਲੇ ਕਰੂਗੀ ਆਉਣ ਵਾਲੇ ਦਿਨਾਂ 'ਚ। ਤੇ ਤੁਹਾਨੂੰ ਇੱਕ ਹੋਰ ਚੀਜ਼ ਹੈ, ਲੋਕੀ ਕਹਿੰਦੇ ਕੇਜਰੀਵਾਲ ਹੈ, ਮੇਰਾ ਇੱਕ ਦੂਸਰਾ ਪਰਸਪੈਕਟਿਵ ਹੈ। ਚਰਨਜੀਤ ਚੰਨੀ is not second ਕੇਜਰੀਵਾਲ। ਮੈਂ ਜੇ ਦੇਖਾਂ ਤੇ ਹੀ ਇਜ਼ ਮੋਰ ਲਾਈਕ ਲਾਲੂ ਯਾਦਵ ਆਫ ਬਿਹਾਰ। ਜਿੱਦਾਂ ਲਾਲੂ ਯਾਦਵ ਨੇ ਪੂਰੀ ਬਿਹਾਰ ਦੀ ਪੋਲਿਟਿਕਸ ਟਰਨ ਕੀਤੀ ਸੀ, ਉਸ ਤਰ੍ਹਾਂ ਚੰਨੀ ਪੂਰੀ ਨਾਰਥ ਇੰਡੀਆ ਦੀ, ਇਨ ਪਾਰਟਿਕੂਲਰਲੀ ਵੈਸਟਰਨ ਇੰਡੀਆ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਚੇਂਜ ਕਰ ਰਿਹਾ ਹੈ। ਉਹ ਇੱਕ ਕਦਮ ਅੱਗੇ ਚੱਲ ਰਿਹਾ ਕੇਜਰੀਵਾਲ ਤੋਂ, ਉਹ ਇੱਕ ਕਦਮ ਅੱਗੇ ਚੱਲ ਰਿਹਾ ਕੇਜਰੀਵਾਲ ਤੋਂ। ਤਾਂ ਇਹ ਬੜੀ ਸੋਚੀ ਸਮਝੀ ਰਣਨੀਤੀ ਹੈ ਕਾਂਗਰਸ ਪਾਰਟੀ। ਜੇ ਤੁਸੀਂ ਦੇਖੋਗੇ ਅਸ਼ੋਕ ਗਹਿਲੋਤ ਹੈਗੇ ਹੈ, ਨਾਲੇ ਤੁਹਾਡੇ ਭੁਪੇਸ਼ ਬਘੇਲ ਹੈਗੇ ਹੈ, ਤੇ ਈਵਨ ਹਰਿਆਣਾ ਦੀ ਅਸੀਂ ਗੱਲ ਕੀਤੀ, ਉੱਥੇ ਵੀ ਜਿਹੜਾ ਸੂਬਾ ਦਾ ਕਮਾਨ ਕਾਂਗਰਸ ਪਾਰਟੀ ਨੇ ਦਿੱਤੀ, ਉਹ ਕੁਮਾਰੀ ਸ਼ੈਲਜਾ ਨੂੰ ਹੀ ਹਜੇ ਦਿੱਤੀ ਵੀ ਹੈ। ਸੇ ਦੇ ਆਰ ਲਾਈਕ ਦੇਸ਼ ਦਾ ਵੀ ਮਿਜਾਜ ਜਿਹੜਾ ਹੈ ਨਾ ਬਦਲ ਰਿਹਾ ਹੈ। ਜਦ BJP OBC ਪੋਲਿਟਿਕਸ ਕਰ ਰਹੀ ਹੈ, ਵੀ ਆਰ ਸੀਇੰਗ ਐਵਰੀਥਿੰਗ, ਤੇ ਕਾਂਗਰਸ ਨੂੰ ਵੀ ਲੱਗ ਰਿਹਾ ਕਿ ਜਿਹੜਾ ਉਹਨਾਂ ਦਾ ਪੁਰਾਣਾ ਫਾਰਮੂਲਾ ਸੀਗਾ ਦਲਿਤ, ਬ੍ਰਾਹਮਨਸ ਤੇ ਮੁਸਲਮਾਨ, ਉਹ ਵਾਲਾ ਫਾਰਮੂਲਾ ਫਿਰ ਤੋਂ ਲੈ ਕੇ ਆਈਏ, ਚੱਲੀਏ। ਜੇ ਤੁਸੀਂ ਯਾਦ ਹੋ ਗਿਆ 2014 ਦੇ ਇਲੈਕਸ਼ਨ ਦੇ ਬਾਅਦ ਇੱਕ ਰਿਪੋਰਟ ਦਿੱਤੀ ਸੀ ਐਂਥਨੀ ਕਮਿਸ਼ਨ ਦੀ, ਉਹਦੇ ਵਿੱਚ ਵੀ ਇਹੀ ਸੀਗਾ ਵੀ ਹੈਵ ਟੂ ਗੋ ਬੈਕ ਟੂ ਦ ਰੂਟਸ। ਤੇ ਚੰਨੀ ਉਹਦੇ ਵਿੱਚ ਬਹੁਤ ਅਹਿਮ ਜਿਹੜਾ ਰੋਲ ਹੈ ਨੈਸ਼ਨਲ ਲੈਵਲ ਤੇ ਕਾਂਗਰਸ ਵਾਸਤੇ ਵੀ ਪਲੇ ਕਰੂਗਾ। ਤੇ ਇਹ ਜ਼ਰੂਰ ਅਸੀਂ ਕਹਿ ਸਕਦੇ ਹਾਂ, ਜਿਹੜਾ ਉਸ ਵੇਲੇ ਵੀ ਲੋਕਾਂ ਨੇ ਕਹੀ ਸੀ ਕਿ ਰਾਹੁਲ ਗਾਂਧੀ ਨੇ ਜਿਹੜੀ ਆਪਣੀ ਕਾਂਗਰਸ ਦੇ ਵਿੱਚ ਚੇਂਜ ਲਾਉਣ ਵਾਲੀ ਜਿਹੜੀ ਪੋਲਿਟਿਕਸ ਹੈ ਉਹ ਸਟਾਰਟ ਕਰਤੀ ਹੈ ਚੰਨੀ ਤੋਂ ਹੀ। ਸੋ ਲਾਈਕ ਯੂ ਕੈਨ ਸੀ ਦੈਟ ਦੇਰ ਵਿਲ ਬੀ ਮੋਰ। ਨਾ ਹੁਣ ਰਾਜਸਥਾਨ 'ਚ ਪਹਿਲੀ ਵਾਰੀ ਕੈਬਨਿਟ ਦੇ ਵਿੱਚ 4 ਜਿਹੜੇ ਮੰਤਰੀ ਹੈਗੇ ਉਹ ਐਸੀ ਕਮਿਊਨਿਟੀ ਤੋਂ ਹੈਗੇ। ਸੋ ਇਹ ਚੇਂਜ ਪੂਰੇ ਆਲ ਓਵਰ ਇੰਡੀਆ ਹੁਣ ਸਾਨੂੰ ਨਜ਼ਰ ਆਊਗਾ ਕਾਂਗਰਸ ਪਾਰਟੀ ਦੇ ਵਿੱਚ। ਚੰਨੀ ਦੀ ਜਿਹੜੀ ਆਮ ਆਦਮੀ ਦੀ ਜਿਹੜੀ ਸ਼ਖਸੀਅਤ ਹੈ ਉਸ ਦੇ ਤਾਂ ਚਰਚੇ ਹੋ ਰਹੇ ਨੇ, ਤੇ ਚੰਨੀ ਜਿਹੜਾ ਭੰਗੜਾ ਕਰ ਰਹੇ ਨੇ ਉਹਦੇ ਵੀ ਚਰਚੇ ਹਰ ਪਾਸੇ ਹੋ ਰਹੇ ਨੇ। ਆਈ ਥਿੰਕ ਜਿਹੜਾ ਅੱਜ ਉਹਨਾਂ ਨੇ ਡਾਂਸ ਕੀਤਾ ਹੈ, ਇਹ it's not just it's to be seen in a much wider context. ਪਹਿਲਾਂ ਤੇ ਗੱਲ ਇੱਕ ਸਹਿਜ ਆਊਟਪੋਰਿੰਗ ਸੀਗੀ ਉਹਨਾਂ ਦੀ, ਬਹੁਤ ਈਜ਼ ਨਾਲ ਡਾਂਸ ਕੀਤਾ, ਬਹੁਤ ਫਰੈਸ਼ ਲੱਗਿਆ ਇੱਕ ਪੋਲੀਟੀਕਲ ਪਰਸਨੈਲਿਟੀ ਨੂੰ ਇੰਨਾ ਸਪੌਂਟੇਨੀਅਸਲੀ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕਰ, ਆਤਮ ਵਿਸ਼ਵਾਸ ਤੇ ਨਹੀਂ ਤੇ ਈਜ਼ ਨਾਲ
ਕੋਈ ਉਹਨਾਂ ਦੇ ਵਿੱਚ ਪ੍ਰੀਟੈਂਸ਼ਨ ਨਹੀਂ ਸੀਗੀ, ਕੋਈ ਇਹਨਾਂ ਦੇ ਵਿੱਚ ਇਹ ਨਹੀਂ ਸੀਗਾ ਕਿ 2 ਸਟੈਪ ਕਰਕੇ ਰੁਕ ਜਾਈਏ। ਪੂਰੇ ਮਨ ਨਾਲ, ਪੂਰੇ ਦਿਲ ਨਾਲ ਉਹਨਾਂ ਨੇ ਡਾਂਸ ਕੀਤਾ। ਬਟ ਇਸ ਡਾਂਸ ਦੇ ਪੋਲੀਟੀਕਲ ਰਿਪਰਕਸ਼ਨਸ ਵੀ ਹੋਣਗੇ। ਇਹ ਮਤਲਬ ਕਈ ਲਹਿਜਿਆਂ 'ਚ ਇਹਨੂੰ ਬਹੁਤ ਚੰਗੀ ਤਰ੍ਹਾਂ ਦੇਖਿਆ ਜਾਏਗਾ। ਇਟ ਵਿਲ ਬੀ ਸੀਨ ਐਜ਼ ਐਨ ਐਂਬੈਸਡਰ ਆਫ ਪੰਜਾਬੀ ਕਲਚਰ, ਪੰਜਾਬੀਅਤ, ਪੰਜਾਬੀ ਸਪਿਰਿਟ, ਜਿਹੜੀ ਕਿ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਕਿਤੇ ਕਿਤੇ ਜਿਹੜੀ ਹੈ ਨਾ, ਜਿੱਦਾਂ ਕਹਿੰਦੇ ਹਲਕਾ ਜਿਹਾ ਦੱਬਿਆਪਨ ਜਿਹੜਾ ਸੀਗਾ ਨਾ, ਉਹ ਨਜ਼ਰ ਆਉਂਦਾ ਸੀਗਾ। ਥੋੜਾ ਰਿਜ਼ਰਵ ਜੇ ਨੇ, ਥੋੜਾ ਚੁੱਪ ਰਹਿਣ ਵਾਲੇ ਬੰਦੇ ਨੇ, ਸ਼ਾਲ ਵੀ ਪੂਰੀ ਬੁੱਕਲ ਲਿੱਤੀ ਹੋਈ ਸੀਗੀ। ਤੇ ਇਹ ਜਿਹੜੀ ਫੀਲਿੰਗ ਹੈਗੀ ਸੀਗੀ ਕਿ ਬਈ ਇੱਕ ਹਲਕੇ ਜਿਹਾ ਨਾ ਰਿਸਟ੍ਰੇਨਡ ਪਰਸਨੈਲਿਟੀ ਦੀ ਉਹਨਾਂ ਦੀ ਅਪੀਅਰੈਂਸ ਸੀਗੀ। ਇਸ ਭੰਗੜੇ ਨਾਲ ਉਹਨਾਂ ਦੀ ਪਰਸਨੈਲਿਟੀ ਖੁੱਲ ਕੇ ਸਾਹਮਣੇ ਆਈ। ਪੰਜਾਬੀ, ਤੁਸੀਂ ਵੀ ਪੰਜਾਬੀ, ਤੁਸੀਂ ਕਨੈਕਟ ਕਰ ਪਾਏ ਹੋਵੋਗੇ, ਕਨੈਕਟ ਕਰ ਪਾਏ ਤੇ ਤੁਸੀਂ ਉਹਨਾਂ ਨੂੰ ਪੰਜਾਬੀਅਤ ਦਾ ਐਂਬੈਸਡਰ ਵੇਖ ਪਾਏ, ਤੇ ਇਸੇ ਗੱਲ ਨੂੰ ਲਾਈਟਲੀ ਵੀ ਉਹਨਾਂ ਦੇ ਕ੍ਰਿਟਿਕਸ ਇਹ ਕਹਿਣਗੇ ਕਿ ਪੰਜਾਬ ਦਾ ਸੀਐਮ ਸਟੇਜ ਤੇ ਭੰਗੜੇ ਪਾਉਂਦਾ ਫਿਰਦਾ, ਇਹ ਵੀ ਹੋਏਗੀ ਗੱਲ, ਬਟ ਇਹ ਗੱਲ ਚਰਚਾ 'ਚ ਰਹੇਗੀ, ਇਹ ਮੇਰਾ ਵਿਸ਼ਵਾਸ ਹੈ। ਹੋਰ ਗੱਲ ਕਿ ਚੰਨੀ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਅਟੈਕ ਕਰ ਰਹੇ ਨੇ, ਅੱਜ ਵੀ ਜਦੋਂ ਪੈਗ ਵਾਲੀ ਗੱਲ ਹੋਈ, ਸ਼ਰਾਬ ਦੀ ਜਦੋਂ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਡਾਇਰੈਕਟ ਤਾਂ ਨਹੀਂ ਕਿਹਾ ਪਰ ਇਨਡਾਇਰੈਕਟ ਉਹ ਕਾਫੀ ਚੀਜ਼ਾਂ ਕਹਿ ਗਏ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਨੂੰ ਕਾਫੀ ਕ੍ਰਿਟਿਸਾਈਜ਼ ਕਰ ਗਏ ਕਿ ਬਈ ਮੈਂ ਉਹਨਾਂ ਤੋਂ ਉਲਟ ਚੱਲ ਰਿਹਾ, ਮਤਲਬ ਉਹ ਪਰਸੈਪਸ਼ਨ ਛੱਡ ਦੋ, ਭੁੱਲ ਜਾਓ ਕੈਪਟਨ ਅਮਰਿੰਦਰ ਸਿੰਘ ਨੂੰ, ਮੇਰੇ ਵੱਲ ਦੇਖੋ। ਇੰਨੇ ਸਿੰਪਲ ਨੇ ਚਰਨਜੀਤ ਸਿੰਘ ਚੰਨੀ ਜਿੰਨੇ ਲੱਗ ਰਹੇ ਨੇ, ਜੋ ਉਹ ਪ੍ਰੋਜੈਕਟ ਕਰ ਰਹੇ ਨੇ ਪੰਜਾਬ ਦੇ ਲੋਕਾਂ 'ਚ। ਦੇਖੋ ਉਹਨਾਂ ਨੇ ਨਾ 2-3 ਗੱਲਾਂ, ਜਿਸ ਤਰ੍ਹਾਂ ਮਨਦੀਪ ਹੋਰਾਂ ਨੇ ਗੱਲ ਕਹੀ, ਇੱਕ ਤੇ ਸਹਿਜ ਭਾਵ, ਇਹ ਤੇ ਬਿਲਕੁਲ ਸਪਸ਼ਟ ਦਿਖ ਰਿਹਾ ਸੀ ਉਹਨਾਂ ਦਾ। ਜਿਹੜੇ ਡਾਂਸ ਦੀ ਵੀ ਗੱਲ ਹੈਗੀ ਐ, ਤੁਸੀਂ ਇੰਟਰਨੈਸ਼ਨਲ ਲੀਡਰਸ ਨੂੰ ਵੀ ਦੇਖ ਲਓ, ਉਹ ਵੀ ਡਾਂਸ ਕਰਦੇ ਨੇ, ਔਰ ਇਹ ਓਬਾਮਾ ਵੀ ਕਰਦਾ ਰਿਹਾ। ਇਹ ਇੱਕ ਕਨੈਕਟ ਦੀ ਗੱਲ ਹੁੰਦੀ ਹੈਗੀ ਹੈ, ਭਾਵੇਂ ਕ੍ਰਿਟਿਸਿਜ਼ਮ ਹੋਏਗਾ ਕਰਦੇ ਰਹਿਣ, ਲੇਕਿਨ ਜਿਹੜੀ ਗੱਲ ਉਹ ਉਸ ਵਿੱਚ ਸਿੰਬੋਲਿਜ਼ਮ, ਲਾਰਜਰ ਸਿੰਬੋਲਿਜ਼ਮ, ਜਦੋਂ ਕੈਪਟਨ ਨਾਲ ਅਸੀਂ ਇਹਨੂੰ ਜੋੜ ਕੇ ਵੇਖਦੇ ਹਾਂ ਤੇ ਇਹ ਨਿਕਲਦਾ ਹੈ ਕਿ ਉਹਨਾਂ ਨੇ ਗੱਲ ਕਹੀ, ਇਹ ਯੁੱਗ ਪਰਿਵਰਤਨ ਹੋਇਆ ਹੈ। ਇਹ ਯੁੱਗ ਪਰਿਵਰਤਨ ਕਈ ਪੱਧਰ ਤੇ ਹੋਇਆ ਹੈ। ਇੱਕ ਪੱਧਰ ਤੇ ਇਹ ਹੋਇਆ ਹੈ ਕਿ ਤੁਸੀਂ ਇਹ ਵੇਖੋ ਕਿ ਉਹਨਾਂ ਨੇ ਕਿਹਾ ਕਿ ਰਜਵਾੜਿਆਂ ਵਾਲੀ ਗੱਲ ਨਹੀਂ ਰਹੀ, ਆਮ ਆਦਮੀਆਂ ਵਾਲੀ ਗੱਲ ਆਈ। ਜਿਹੜੀ ਕਾਂਗਰਸ ਦੀ ਜਿਹੜੀ ਐਂਟੀ ਇਨਕੰਬੈਂਸੀ ਦਾ, ਕਿਉਂਕਿ ਕੈਪਟਨ ਉੱਤੇ ਬਹੁਤ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਫਾਰਮ ਹਾਊਸ ਤੋਂ ਸਰਕਾਰ ਚਲਾਉਂਦੇ ਨੇ, ਐਮਐਲਏਜ਼ ਨੂੰ ਨਹੀਂ ਮਿਲਦੇ, ਇਹ ਇਹਨਾਂ ਨੇ ਜਿਸ ਤਰ੍ਹਾਂ ਬਲੈਸਿੰਗ ਇਨ ਡਿਸਗਾਈਜ਼ ਹੁੰਦੀ ਹੈ ਨਾ, ਕਿ ਕੈਪਟਨ ਨੇ ਹਿਊਮਿਲੇਟ ਹੋ ਕੇ ਕਿਹਾ ਮੈਂ ਹਿਊਮਿਲੇਟ ਹੋ ਕੇ ਛੱਡ ਰਿਹਾ, ਇਹ ਕਾਂਗਰਸ ਵਾਸਤੇ ਬਲੈਸਿੰਗ ਇਨ ਡਿਸਗਾਈਜ਼ ਰਹੀ। ਚੰਨੀ ਦਾ ਆਣਾ, ਇੱਕ ਦਲਿਤ ਕਮਿਊਨਿਟੀ ਨੂੰ ਬਿਲੋਂਗ ਕਰਨਾ ਔਰ ਉਸ ਤਰ੍ਹਾਂ ਆਪਣੇ ਆਪ ਨੂੰ ਕੰਡਕਟ ਕਰਨਾ, ਜਿਸ ਤਰ੍ਹਾਂ ਹੁਣੇ ਮਨਦੀਪ ਹੋਰਾਂ ਨੇ ਗੱਲ ਕੀਤੀ, ਕਿਸ ਤਰ੍ਹਾਂ ਡਾਂਸ ਕਰਨਾ, ਆਮ ਲੋਕਾਂ ਦੇ ਵਿੱਚ ਵਿਚਰਨਾ, ਉਸ ਨੇ ਉਸ ਪਰਸੈਪਸ਼ਨ ਨੂੰ ਬਹੁਤ ਹੱਦ ਤੱਕ ਠੱਲ ਪਾ ਦਿੱਤੀ। ਅੱਜ ਜੋ ਉਹਨਾਂ ਨੇ ਗੱਲ ਕਹੀ ਹੈਗੀ, ਕੈਪਟਨ ਬਾਰੇ ਵੀ ਗੱਲ ਕਹੀ, ਉਹ ਸਿੱਧਾ ਗੱਲ ਸੀ ਕਿ ਵੀ ਕੈਪਟਨ ਸਾਹਿਬ ਕਿ ਤੁਸੀਂ ਬਿਰਧ ਹੋ ਗਏ ਹੋ ਤੇ ਤੁਸੀਂ ਹੁਣ ਆਰਾਮ ਕਰੋ, ਕੋਈ ਗੱਲ ਨਹੀਂ, ਹੁਣ ਸਾਡੇ ਤੇ ਛੱਡ ਦਿਓ, ਪੰਜਾਬ ਦੀ ਕਮਾਨ ਅਸੀਂ ਸੰਭਾਲ ਲਾਂਗੇ ਔਰ ਪੰਜਾਬ ਜਿਹੜਾ ਹੈਗਾ ਇਟਸ ਇਨ ਰਾਈਟ ਹੈਂਡਸ। ਇੱਕ ਸਵਾਲ ਮੇਰਾ ਹੈ, ਮੈਂ ਅਨਿਲ ਜੀ ਨਾਲ ਗੱਲ ਕਰਾਂਗਾ। ਅਨਿਲ ਜੀ, ਤੁਸੀਂ ਪੰਜਾਬ ਦੀ ਪੋਲਿਟਿਕਸ ਨੇ ਲੰਬੇ ਟਾਈਮ ਤੋਂ ਕਵਰ ਕਰਦੇ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਚਰਨਜੀਤ ਚੰਨੀ ਵੀ ਕਿੱਥੇ ਨਾ ਕਿੱਥੇ ਆਪਣੀ ਗੱਲਾਂ ਤੇ ਫਸਦਾ ਨਜ਼ਰ ਆ ਰਿਹਾ ਹੈ? ਆ ਕਹਿੰਦੇ ਸੀ ਕਿ ਅਕਾਲੀਆਂ ਨੂੰ ਫੜੋ ਜਦੋਂ ਚੀਫ ਮਿਨਿਸਟਰ ਨਹੀਂ ਸੀ, ਹੁਣ ਚੀਫ ਮਿਨਿਸਟਰ ਬਣ ਗਏ ਨੇ, ਹੁਣ ਕਹਿੰਦੇ ਕਿ ਐਸਟੀਐਫ ਦੀ ਰਿਪੋਰਟ ਹਾਈ ਕੋਰਟ ਹੈ, ਮੈਂ ਉਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਲੇਕਿਨ ਤੁਹਾਨੂੰ ਲੱਗਦਾ ਨਹੀਂ ਹੈ ਅਕਾਲੀਆਂ ਸਭ ਤੋਂ ਵੱਧ ਵਿਰੋਧ ਕੈਪਟਨ ਅਮਰਿੰਦਰ ਦਾ ਇਹੀ ਗੱਲ ਤੇ ਹੁੰਦਾ ਸੀ ਕਿ ਉਹ ਅਕਾਲੀਆਂ ਨਾਲ ਰਲੇ ਹੋਏ ਹੈ, ਹੁਣ ਚੰਨੀ ਕਿੱਥੇ ਇਸ ਗੱਲ ਤੇ ਫਸਦੇ ਹੋਏ ਨਜ਼ਰ ਆਉਂਦੇ? ਜੀ 100% ਸਹੀ ਹੈ। ਅਸੀਂ ਸਿਰਫ ਉਹਨਾਂ ਦੀ ਗੱਲ ਜਿਹੜੀ ਇਸ ਵੇਲੇ ਕਰ ਰਹੇ ਹਾਂ ਉਹ ਇਮੇਜ ਪਰਸੈਪਸ਼ਨ ਦੀ ਗੱਲ ਕਰ ਰਹੇ ਹਾਂ, ਪਰ ਗਰਾਊਂਡ ਦੇ ਉੱਤੇ ਬਹੁਤ ਸਾਰੇ ਇਸ਼ੂਜ਼ ਹਨ। ਇਸ ਲਈ ਮੈਂ ਬੜਾ ਰਿਸਟ੍ਰੇਨ ਰੱਖ ਕੇ ਕਹਿ ਰਿਹਾ ਸੀਗਾ ਕਿ ਉਹਨਾਂ ਨੇ ਪਲਸ ਸਹੀ ਫੜੀ ਹੋਈ ਹੈ ਪਰ ਦਵਾਈ ਠੀਕ ਨਹੀਂ ਦੇ ਰਹੇ, ਕਿਉਂਕਿ ਪੰਜਾਬ ਨੂੰ ਇੱਕ ਤਾਂ ਸਾਨੂੰ ਹੋਮੋਜੀਨੀਅਸ ਸੋਸਾਇਟੀ ਨਹੀਂ ਸਮਝਣਾ ਚਾਹੀਦਾ। ਪੰਜਾਬ ਦੇ ਵਿੱਚ ਤਕਰੀਬਨ 38-39% ਜਿਹੜੇ ਹਿੰਦੂ ਰਹਿੰਦੇ ਨੇ ਔਰ ਉਸ ਤੋਂ ਬਾਅਦ ਦਲਿਤਾਂ ਦੀ ਜਿਹੜੀ ਆਬਾਦੀ ਹੈ ਉਹ 32% ਦੇ ਆਸ-ਪਾਸ ਹੈ ਔਰ ਦਲਿਤ ਵੀ ਹੋਮੋਜੀਨੀਅਸ ਕਮਿਊਨਿਟੀ ਨਹੀਂ ਹੈ। ਔਰ ਜਿਹੜੇ ਮਸਲੇ ਇਸ ਵੇਲੇ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚੰਨੀ, ਉਹ ਇੱਕ ਸੈਗਮੈਂਟ ਆਫ ਦਲਿਤ ਹੈ, ਉਹਨਾਂ ਤੇ ਹੀ ਉਹ ਹੋ ਰਿਹਾ ਹੈ। ਜਿਹੜੇ ਉੱਥੇ ਸਭ ਤੋਂ ਲਾਰਜੈਸਟ ਦਲਿਤ ਕਮਿਊਨਿਟੀ ਹੈ ਮਜਬੀ ਸਿੱਖ, ਉਹਨਾਂ ਦਾ ਕੋਈ ਮਸਲਾ ਰਿਜ਼ੋਲਵ ਨਹੀਂ ਹੋ ਰਿਹਾ, ਉਹਨਾਂ 'ਚ ਹੀ ਕਨਵਰਜਨ ਹੋ ਰਹੀ ਹੈ। ਉਹਨਾਂ ਨੂੰ ਹੀ ਸਿੱਖੀ ਧਰਮ ਦੇ ਵਿੱਚੋਂ ਬਾਹਰ ਕੱਢ ਕੇ ਕ੍ਰਿਸਚੀਅਨ ਮਿਸ਼ਨਰੀ ਲੈ ਕੇ ਜਾ ਰਹੇ ਹਨ, ਜਿਹਦੇ ਕਰਕੇ ਬਹੁਤ ਸਾਰੇ ਲੋਕਾਂ 'ਚ ਰੋਸ਼ ਹੈ, ਅਪਰ ਕਾਸਟ ਸਿੱਖਾਂ ਦੇ ਵਿੱਚ ਵੀ ਰੋਸ਼ ਹੈ ਕਿ ਉਹਦੇ ਲਈ ਕੋਈ ਵੀ ਕੁਝ ਨਹੀਂ ਕਰ ਰਿਹਾ। ਔਰ ਅੱਜ ਜਿਸ ਤਰ੍ਹਾਂ ਦੀ ਗੱਲ ਕਰਕੇ ਗਏ ਹੈ, ਉਹ ਇੱਕ ਹੋਮਿਓਪੈਥੀ ਦੀ ਦਵਾਈ ਦੇ ਕੇ ਗਏ ਹੈ ਕਿ ਭਾਈ ਜੀ ਜੋ ਕੋਈ ਰਹਿਣਾ ਚਾਹੇ ਰਹੇ, ਨਹੀਂ ਰਹਿਣਾ ਚਾਹੇ ਨਹੀਂ ਰਹੇ। ਇਹਦਾ ਮਤਲਬ ਇਹ ਹੈ ਕਿ ਹੀ ਡਜ਼ਨਟ ਹੈਵ ਐਨੀ ਪਲਾਨ ਕਿ ਜਿਹੜੀ ਉੱਥੇ ਮਿਸ਼ਨਰੀ ਹੈ, ਕਿਉਂਕਿ ਉੱਥੇ ਜਿਹੜੇ ਮਿਸ਼ਨਰੀ ਹੈ ਉਹ ਆਰਗੇਨਾਈਜ਼ਡ ਕ੍ਰਿਸਚੀਅਨਿਟੀ ਦੇ ਨਹੀਂ ਹੈ,
ਉਹ ਉੱਥੇ ਇਵੈਂਜਲਿਸਟ ਗਰੁੱਪਸ ਨੇ, ਕਿਉਂਕਿ ਅਗਰ ਤੁਹਾਨੂੰ ਯਾਦ ਹੋਏਗਾ 2003 ਦੇ ਵਿੱਚ ਸਮਝੌਤਾ ਹੋਇਆ ਸੀਗਾ ਤਿਰਲੋਚਨ ਸਿੰਘ ਜਦੋਂ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਸੀਗੇ ਕਿ ਪ੍ਰੋਟੈਸਟੈਂਟਸ ਤੇ ਰੋਮਨ ਕੈਥਲਿਕਸ ਦੇ ਵਿਲ ਨਾਟ ਡੂ ਐਨੀ ਕਨਵਰਜਨ ਇਨ ਪੰਜਾਬ। ਪਰ ਹੁਣ ਸਾਰੇ ਇਵੈਂਜਲਿਸਟ ਗਰੁੱਪ ਤੇ ਮਿਨਿਸਟਰੀਜ਼ ਉੱਥੇ ਘੁੰਮ ਰਹੀਆਂ ਨੇ ਔਰ ਉਹ ਲੋਕਲ ਲੈਵਲ ਤੇ ਕ੍ਰਿਸਚੀਅਨਿਟੀ ਦੇ ਵਿੱਚ ਲੈ ਕੇ ਜਾ ਰਹੀਆਂ ਨੇ। ਉਹ ਜਿਹੜੇ ਅਡੰਬਰ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਮਨਾ ਕੀਤਾ ਹੋਇਆ ਸਿੱਖਾਂ ਨੂੰ, ਉਹ ਅਡੰਬਰ ਰਚ ਕੇ ਉਹ ਲੋਕ ਮਜਬੀ ਸਿੱਖਾਂ ਨੂੰ ਲੈ ਕੇ ਜਾ ਰਹੇ ਹਨ। ਦੇयर ਆਰ ਇਸ਼ੂਜ਼ ਮਜਬੀ ਸਿੱਖਾਂ ਦੇ ਜਿਨ੍ਹਾਂ ਨੂੰ ਰਿਜ਼ੋਲਵ ਨਾ ਇਹ ਕਰ ਪਾ ਰਹੇ, ਨਾ ਬਾਦਲ ਸਰਕਾਰ ਕਰ ਪਾਈ, ਨਾ ਅਮਰਿੰਦਰ ਸਿੰਘ ਸਰਕਾਰ ਕਰ ਪਾਈ। ਤੇ ਇਸ ਲਈ ਬਹੁਤ ਸਾਰੇ ਮਸਲੇ ਹੈ ਪੰਜਾਬ ਦੇ। ਜਿਸ ਤਰ੍ਹਾਂ ਚੋਣਾਂ ਦੀ ਗੱਲ ਹੈ, ਹੁਣ ਤੁਸੀਂ ਜਿਹੜੀ ਗੱਲ ਕੀਤੀ ਜਿਹੜੀ ਬੇਅਦਬੀ ਦਾ ਇਸ਼ੂ ਹੈ, ਹੁਣ ਬੇਅਦਬੀ ਦਾ ਇਸ਼ੂ ਹੈ, ਉਹਦੇ ਵਿੱਚ ਇਹਨਾਂ ਨੇ ਦੋ ਵੱਡੀ ਗਲਤੀਆਂ ਕੀਤੀਆਂ। ਜਿਹੜੇ ਡੀਜੀਪੀ ਦੀ ਅਪਾਇੰਟਮੈਂਟ ਤੇ ਐਡਵੋਕੇਟ ਜਨਰਲ ਦੀ ਅਪਾਇੰਟਮੈਂਟ, ਉਹਦੇ ਉੱਤੇ ਅੜ ਗਏ। ਹੁਣ ਅੱਜ ਦੀ ਡੇਟ ਦੇ ਵਿੱਚ ਉਹਦੇ ਵਿੱਚ ਕੋਈ ਮੂਵਮੈਂਟ ਨਹੀਂ ਹੈਗੀ, ਨਾ ਉਹਨੂੰ ਲੀਗਲੀ ਕਿਤੇ ਅੱਗੇ ਲੈ ਕੇ ਜਾ ਰਹੇ ਹੈ, ਨਾ ਉਹਨੂੰ ਪੋਲੀਟੀਕਲੀ ਕਿਸੇ ਪਾਸੇ ਲੈ ਕੇ ਜਾ ਰਹੇ ਹੈ। ਤੇ ਇੱਕ ਚੀਜ਼ ਮੇਰੀ ਇੱਕ ਕੁਐਸਚਨ ਹੈ ਕਿ ਤੁਹਾਨੂੰ ਲੱਗਦਾ ਕਿ ਚੰਨੀ ਇਸ ਤਰੀਕੇ ਨਾਲ ਆਪਣਾ ਬਚਾਅ ਕਰ ਪਾਣਗੇ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਬਈ ਮੇਰੇ ਕੋਲ ਤਾਂ 3 ਮਹੀਨੇ ਸੀ, ਮੈਂ ਕੀ ਕਰ ਪਾਂਦਾ? ਤੁਹਾਨੂੰ ਲੱਗਦਾ ਇਸ ਤਰ੍ਹਾਂ ਪੰਜਾਬ ਦੇ ਲੋਕ ਭਾਵੁਕ ਵੀ ਬਹੁਤ ਨੇ, ਇਮੋਸ਼ਨਲ ਨੇ, ਕਿ ਉਹ ਕਨੈਕਟ ਕਰ ਪਾਣਗੇ? ਉਹ ਤੁਹਾਡੇ ਕੁਐਸਚਨ ਦਾ ਆਨਸਰ ਚੰਨੀ ਖੁਦ ਦੇ ਕੇ ਅੱਜ ਗਏ ਨੇ। ਉਹ ਕਹਿੰਦੇ ਯੁੱਗ ਪਰਿਵਰਤਨ ਹੋ ਗਿਆ, ਕਾਂਗਰਸ ਦੇ ਵਿੱਚ ਵੀ ਯੁੱਗ ਪਰਿਵਰਤਨ ਹੈ। ਪਰ 4.5 ਸਾਲ ਤੇ ਨਹੀਂ, ਉਹ ਤੁਸੀਂ ਸਮਝੋ ਕੀ ਕਿ ਉਹ ਪਹਿਲਾਂ ਹੀ ਕਹਿ ਗਿਆ। ਉਹਨੇ ਜਦ ਹਿੰਟ ਦਿੱਤੀ ਵੀ ਪਹਿਲਾਂ ਸੀਐਮ ਨਹੀਂ ਕਰਦਾ ਸੀ, ਹੁਣ ਮੈਂ ਸਿਰਫ 2 ਘੰਟੇ ਹੀ ਸੁਣਦਾ, ਬਾਕੀ ਪੂਰੇ ਘੰਟੇ ਕੰਮ ਕਰ ਰਿਹਾ। ਚੰਨੀ ਉੱਤੇ ਵੀ ਬਹੁਤ ਬੜਾ ਪ੍ਰੈਸ਼ਰ ਹੈਗਾ। ਹੀ ਹੈਜ਼ ਟੂ ਡਿਲੀਵਰ, ਉਹਨੂੰ ਵੀ ਪਰਫਾਰਮ ਕਰਨਾ ਹੈ। ਤਾਂ ਕਰਕੇ ਸਹੀ ਗੱਲ ਕਹਿ ਰਹੀ ਹੈ, ਪਰ ਮੈਂ ਤਾਂ ਨਹੀਂ, ਹਾਂ ਇੱਕ ਨਹੀਂ 4.5 ਸਾਲ ਦੇ ਵਾਅਦੇ ਭੁੱਲ ਜਾਓਗੇ ਜਿਹੜੀ ਹੈ ਉਹਨੂੰ ਹੀ ਅੱਗੇ ਲੈ ਕੇ ਜਾ ਰਿਹਾ। ਸੁਪਰੀਆ ਨੇ ਜੋ ਗੱਲ ਕਹੀ ਹੈ ਯੁੱਗ ਪਰਿਵਰਤਨ ਦੀ, ਪੰਜਾਬ ਵਾਸ ਵੇਟਿੰਗ ਫॉर ਦਿਸ ਯੁੱਗ ਪਰਿਵਰਤਨ ਫॉर ਐਟਲੀਸਟ 10 ਇਅਰਸ। ਠੀਕ ਹੈ ਨਾ, ਇੱਕ ਪਾਰਟਿਕੂਲਰ ਸੈਗਮੈਂਟ ਦੀ ਹੈਜਮਨੀ ਸੀਗੀ ਔਰ ਉਸ ਹੈਜਮਨੀ ਨੂੰ ਅਸੀਂ ਬੜੇ ਅਲੱਗ-ਅਲੱਗ ਤਰੀਕੇ ਨਾਲ ਦੇਖਿਆ ਹੈ ਔਰ ਉਸ ਹੈਜਮਨੀ ਦੇ ਅਗੇਂਸਟ ਜਿਹੜਾ ਹੈ ਉਹ ਪੰਜਾਬ 'ਚ ਅਨਰੈਸਟ ਸੀਗਾ। ਉਹ ਪੰਜਾਬ ਦੇ ਹਿੰਦੂਆਂ ਦੇ ਵਿੱਚ ਅਨਰੈਸਟ ਹੈ, ਪੰਜਾਬ ਦੇ ਸਿੱਖਾਂ ਦੇ ਵਿੱਚ ਅਨਰੈਸਟ ਹੈ ਔਰ ਉਸ ਅਨਰੈਸਟ ਨੂੰ ਹੀ ਰਿਜ਼ੋਲਵ ਕਰਨ ਲਈ ਇੱਕ ਚੰਨੀ ਇੱਕ ਸੋਲੂਸ਼ਨ ਆਇਆ, ਪਰ ਉਹਦੇ ਕੋਲ ਟਾਈਮ ਨਹੀਂ ਹੈ। ਠੀਕ ਹੈ, ਨਹੀਂ, ਬਟ ਮੈਂ ਇਹਦੇ ਹੀ ਪਹਿਲੇ ਗੱਲ ਦੇ ਵਿੱਚ ਐਡ ਕਰਕੇ ਮੈਂ ਉਹ ਦੱਸਦੀ ਕਿੱਦਾਂ ਵਨ ਸ਼ਾਰਪ ਕ੍ਰਿਟਿਸਿਜ਼ਮ ਜਿਹੜਾ ਆ ਰਿਹਾ ਸੀ ਕੈਪਟਨ ਅਮਰਿੰਦਰ ਦੇ ਕੋਲੇ, ਉਹ ਇਹ ਸੀਗਾ ਕਿ ਬਾਦਲਾਂ ਦੀ ਤੇ ਕੈਪਟਨ ਦੀ ਆਪਸ 'ਚ ਬਣੀ ਹੋਈ ਹੈ ਤੇ ਚਿਹਰੇ ਜ਼ਰੂਰ ਬਦਲ ਗਏ ਵੀ ਬਾਦਲਾਂ ਤੋਂ ਪਾਵਰ ਜਿਹੜੀ ਹੈਗੀ ਉਹ ਕੈਪਟਨ ਦੇ ਕੋਲ ਚਲੀ ਗਈ, ਬਟ ਬਾਕੀ ਜਿਹੜੇ ਕਿਰਦਾਰ ਹੈਗੇ ਥੱਲੇ ਪਾਸੇ ਉਹ ਸਾਰੇ ਸੇਮ ਹੈਗੇ। ਇਹ ਜਿਹੜਾ ਪ੍ਰੋਬਲਮ ਸੀਗਾ, ਇਹ ਜਿਹੜੀ ਸਾਰੀ ਇਸ਼ੂ ਸੀਗੇ ਲੈ ਕੇ ਕਾਂਗਰਸ ਪਾਰਟੀ ਦੇ ਸਾਰੇ ਐਮਐਲਏ ਬਾਰ-ਬਾਰ ਇੱਧਰ ਆ ਰਹੇ ਸੀ। ਉਹਨਾਂ ਸਾਰਿਆਂ ਨੇ ਕਿਹਾ ਵੀ ਤੁਹਾਨੂੰ ਕੈਪਟਨ ਨੂੰ ਹਟਾਉਣਾ ਪਊਗਾ, ਕਿਉਂਕਿ ਲੋਕਾਂ ਦੇ ਵਿੱਚ ਪਰਸੈਪਸ਼ਨ ਇਹ ਜਾ ਰਿਹਾ ਹੈ ਜੇ ਵੋਟ ਬਾਦਲ ਨੂੰ ਪਾਓ ਚਾਹੇ ਕਾਂਗਰਸ ਨੂੰ ਪਾਓ, ਬੇਸਿਕਲੀ ਉਹ ਜਿਹੜੀ ਕੋਟਰੀ ਹੈਗੀ ਹੈ ਉਹਦੇ ਕੋਲ ਹੀ ਪਾਵਰ ਜਾਂਦੀ ਤੇ ਉਹੀ ਲੋਕ ਮੈਨੇਜ ਕਰਨ। ਤਾਂ ਕਰਕੇ ਕੇਜਰੀਵਾਲ ਵਿਕਲਪ ਸੀਗਾ ਨਾ। ਇੱਥੇ ਇਹੀ ਜਿਹੜਾ ਉਹਨੇ ਕਿਹਾ ਕਿ ਯੁੱਗ ਪਰਿਵਰਤਨ ਹੋ ਗਿਆ, 10 ਸਾਲ ਬਾਦਲਾਂ ਦਾ ਰਾਜ, 4 ਸਾਲ ਕੈਪਟਨ ਦਾ ਰਾਜ, ਤੇ ਹੁਣ ਉਹ ਕਹਿ ਰਿਹਾ ਵੀ ਮੈਂ ਪਰਫਾਰਮ ਕਰ ਰਿਹਾ ਹਾਂ, ਮੈਨੂੰ ਤੁਸੀਂ 5 ਸਾਲ ਹੋਰ ਦੇ ਦਿਓ, ਮੈਂ ਹੋਰ ਤੁਹਾਨੂੰ ਅੱਗੇ ਪਰਫਾਰਮ ਕਰਕੇ ਦਿਖਾਵਾਂਗਾ। ਦੈਟਸ ਵਾਈ ਵੀ ਆਰ ਸੀਇੰਗ ਦੈਟ ਹੁਣ ਜਿਹੜੀ ਪੰਜਾਬ ਦੇ ਵਿੱਚ ਫਾਈਟ ਹੈਗੀ ਹੈ ਉਹ ਇੱਥੇ ਆ ਗਈ ਕਿ ਅਸਲੀ ਕੇਜਰੀਵਾਲ ਕੌਣ ਹੈ, ਨਕਲੀ ਕੇਜਰੀਵਾਲ ਕੌਣ ਹੈ। ਬਿਕੋਜ਼ ਕੇਜਰੀਵਾਲ ਵਿਕਲਪ ਦੀ ਤਰ੍ਹਾਂ ਉੱਠ ਰਿਹਾ ਸੀ। ਤੁਸੀਂ ਅੱਜ ਤੋਂ ਬਿਫੋਰ ਜਦ ਕੈਪਟਨ ਸਾਹਿਬ ਸੀਗੇ ਉਸ ਵੇਲੇ ਜਾ ਕੇ ਲੋਕਾਂ ਨਾਲ ਗੱਲ ਕਰਦੇ, ਉੱਥੇ ਕੇਜਰੀਵਾਲ ਵਾਕਈ ਬਹੁਤ ਪਪੂਲਰ ਸੀਗਾ। ਹੁਣ ਤੁਸੀਂ ਤੁਹਾਡੇ ਸਿੰਗਰ ਹੈਗੇ ਆ ਸਿੱਧੂ ਮੂਸੇਵਾਲਾ, ਕੌਣ ਨਹੀਂ ਜਾਣਦਾ। ਕੱਲ ਸ਼ਾਮੀ ਉਹਨੇ ਕਾਂਗਰਸ ਜਿਹੜੀ ਹੈ ਜੁਆਇਨ ਕੀਤੀ ਹੈ, ਇੱਥੇ ਆ ਕੇ ਉਹ ਮਿਲ ਕੇ ਚੰਨੀ ਦੇ ਨਾਲ ਗਏ। ਤੁਸੀਂ ਇੱਕ ਚੀਜ਼ ਦੇਖੋ ਨਾ, ਚੰਨੀ ਕਿੱਦਾਂ ਕੰਮ ਕਰ ਰਿਹਾ। ਹੀ ਇਜ਼ ਵਰਕਿੰਗ, ਜਿੱਦਾਂ ਅਨਿੰਦੇਸ਼ ਨੇ ਕਿਹਾ, ਬਾਕੀ ਅਸੀਂ ਸਾਰੇ ਕਹਿ ਰਹੇ, ਹੀ ਇਜ਼ ਵਰਕਿੰਗ ਔਨ ਅ ਸਟ੍ਰੈਟਜੀ। ਤੇ ਤੁਹਾਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਵੀ ਪੰਜਾਬ ਚੋਣਾਂ ਵੱਲ ਜਾ ਰਿਹਾ ਤੇ ਚੁਣਾਵ ਤੇ ਜਿਹੜੀ ਰਾਜਨੀਤੀ ਹੁੰਦੀ ਹੈ ਉਹ ਸਿਰਫ ਪਰਸੈਪਸ਼ਨ ਦੇ ਬੇਸ ਤੇ ਹੁੰਦੀ ਹੈ। ਤੁਸੀਂ ਜਿਹੜਾ ਕੁਐਸਚਨ ਕਰ ਰਹੇ ਸੀ ਸੋਲੂਸ਼ਨ ਹੈ ਕਿ ਨਹੀਂ ਹੈ, ਕੁਐਸਚਨ ਮੈਨੂੰ ਲੱਗਦਾ ਹੈ ਕਾਂਗਰਸ ਪਾਰਟੀ ਨੇ ਬੜਾ ਸਹੀ ਪੜ ਲਿਆ ਕਿ ਦੇ ਰਿਕੁਆਇਰ ਅ ਚੇਂਜ, ਬਟ ਉਹ ਚੰਨੀ ਉਹਦਾ ਸੋਲੂਸ਼ਨ ਹੈ ਕਿ ਨਹੀਂ ਹੈ, ਉਹਦਾ ਟੈਸਟ ਇਜ਼ ਇਲੈਕਸ਼ਨਸ। ਹੁਣ ਉਹ ਪ੍ਰੋਮਿਸਿਸ ਜੋ ਕਰ ਰਹੇ ਹੈ, ਜੋ ਆਪਣੀ ਇਮੇਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਔਰ ਬਹੁਤ ਕੌਸ਼ੀਅਸਲੀ ਉਹ ਕੰਮ ਕਰ ਰਹੇ ਕਿ ਮੈਂ ਅਮਰਿੰਦਰ ਸਿੰਘ ਦਾ ਇੱਕਦਮ ਆਪੋਜ਼ਿਟ ਦਿਖਾਂ। ਹਲੇ ਆਪਾਂ ਟੋਟਲੀ ਪਰਸੈਪਸ਼ਨ ਦੀ ਗੱਲ ਕਰ ਰਹੇ ਨੇ। ਸਵਾਲ ਸੀਗਾ ਉਹਤੇ ਵੀ ਉਹਨੂੰ ਜਵਾਬ ਦਿੱਤੇ ਕਿ ਵੀ ਮੈਂ 30,000 ਦਿੱਤੇ ਐ। ਬੀਐਸਐਫ ਵਾਲਾ ਵੀ ਉਹ ਕਲੀਅਰ ਕਰਕੇ ਗਿਆ। ਉਹ ਕਹਿ ਰਿਹਾ ਵੀ ਜਿੱਦਾਂ ਹੁੰਦਾ ਨਾ ਆਪਾਂ ਕਿ ਟ੍ਰੇਲਰ ਦਿਖਾਉਂਦੇ ਮੂਵੀ ਤੋਂ ਪਹਿਲਾਂ, ਉਹ ਟ੍ਰੇਲਰ ਦਿਖਾ ਰਿਹਾ 30,000 ਮਕਾਨ ਦੇਤੇ, ਨੌਕਰੀਆਂ ਦੇਤੀ, ਵੀ ਦੇਖੋ ਮੈਂ ਟ੍ਰੇਲਰ ਕਰ ਰਿਹਾ, ਜੇ ਆਵਾਂਗਾ। ਕੇਜਰੀਵਾਲ ਨੂੰ ਵੀ ਘੇਰਾ ਹੈ ਕਿ ਦਿੱਲੀ 'ਚ ਤੁਸੀਂ ਦੇ ਨਹੀਂ ਰਹੇ, ਤੁਸੀਂ ਗੱਲ ਪੰਜਾਬ ਦੀ ਕਰ ਰਹੇ ਹੋ, ਤੁਸੀਂ
ਪੈਟਰੋਲ ਦਿੱਲੀ 'ਚ ਸਸਤਾ ਕਰ ਨਹੀਂ ਰਹੇ, ਤੁਸੀਂ ਚੈਲੰਜ ਪੰਜਾਬ ਨੂੰ ਕਰ ਰਹੇ ਹੋ। ਤੁਸੀਂ ਪਹਿਲੇ ਪੰਜਾਬ 'ਚ ਪਹਿਲ ਕਰੋ, ਫਿਰ ਦਿੱਲੀ 'ਚ ਪਹਿਲ ਕਰੋ, ਫਿਰ ਪੰਜਾਬ 'ਚ ਆਓ। ਤਾਂ ਇਹ ਪੁਆਇੰਟ ਹਰਮੀਤ ਨਹੀਂ ਬਿਲਕੁਲ ਨਹੀਂ, ਕੇਜਰੀਵਾਲ ਦੀ ਦੇਖੋ ਗੱਲ ਤਾਂ ਸਪਸ਼ਟ ਹੈ ਨਾ ਕਿ ਕੇਜਰੀਵਾਲ ਨੇ ਅੱਜ ਤੱਕ ਕੋਈ ਲੀਡਰ ਨਹੀਂ ਉੱਥੇ ਉਭਰਨ ਦਿੱਤਾ। ਜਿਹੜੇ ਸੀ ਉਹ ਉਧਰ ਛੱਡ ਕੇ ਚਲੇ ਗਏ, ਅੱਧਾ ਦਰਜਨ ਐਮਐਲਏ ਤੇ ਹੁਣ ਕਾਂਗਰਸੀ ਚਲੇ ਗਏ। ਫਿਰ ਛੋਟੇਪੁਰ ਵਰਗੇ, ਹਰਿੰਦਰ ਖਾਲਸਾ ਵਰਗੇ, ਧਰਮਵੀਰ ਗਾਂਧੀ ਵਰਗੇ ਬੰਦੇ, ਇਹ ਕੋਈ ਛੋਟੇ ਮੋਟੇ ਬੰਦੇ ਤੇ ਨਹੀਂ ਸੀ, ਇਹ ਸਾਰੇ ਛੱਡ ਕੇ ਨਿਕਲ ਗਏ। ਕਵਰ ਸੰਧੂ ਦੇਖੋ, ਇਹ ਕੋਈ ਛੋਟੇ ਮੋਟੇ ਬੰਦੇ ਸੀ। ਯਾਨੀ ਕਿ ਤੁਸੀਂ ਉੱਥੇ ਲੋਕਲ ਲੀਡਰਸ਼ਿਪ ਉਭਾਰ ਨਹੀਂ ਰਹੇ। ਇੱਕ ਪਰਸੈਪਸ਼ਨ ਕੇਜਰੀਵਾਲ ਦੀ ਇਹ ਵੀ ਜਾ ਰਹੀ ਹੈਗੀ ਹੈ ਕਿ ਉਹਨਾਂ ਨੂੰ ਆਪ ਹੀ ਇਨਸਿਕਿਉਰਿਟੀ ਲੱਗਣ ਲੱਗ ਪੈਂਦੀ ਕਿਸੇ ਵੱਡੇ ਨੂੰ ਆਂਦਾ ਦੇਖ ਕੇ। ਹੁਣ ਜਿਹੜਾ ਚੰਨੀ ਨੇ ਗੱਲ ਉੱਥੇ ਜਿਹੜੀ ਕਰ ਦਿੱਤੀ ਹੈਗੀ ਕਿ ਤੁਸੀਂ ਪੰਜਾਬੀ ਹੀ ਨਹੀਂ ਹੋ, ਇਹ ਜਿਹੜਾ ਹੈਗਾ ਇਹ ਵੀ ਸਟ੍ਰੈਟੇਜੀ ਆਫ ਕੋਰਸ ਹਾਂ ਮਨਾਂ ਦੇ ਵਿੱਚ ਜਾਏਗੀ, ਆਫ ਕੋਰਸ ਜਾਏਗੀ, ਕਿਉਂਕਿ ਉੱਥੇ ਕੋਈ ਲੋਕਲ ਫੇਸ ਹੈ ਨਹੀਂ। ਇੱਕ ਜਿਹੜੀ ਗੱਲ ਅਨਿਲੇਸ਼ ਨੇ ਕਹੀ, ਬੜੀ ਖੂਬਸੂਰਤ ਗੱਲ ਕਹੀ, ਉਹ ਮੈਂ ਬੜਾ ਸੋਚ ਰਿਹਾ ਸੀ ਜਦੋਂ ਇਹਨਾਂ ਨੇ ਗੱਲ ਕਹੀ ਕਿ ਮਜ਼ਹਬੀ ਸਿੱਖਾਂ ਵਾਲੀ ਔਰ ਕਨਵਰਜਨ ਦੀ। ਇਹ ਦੇਖੋ, ਇਹ ਇੱਕ ਬੜੀ ਵੱਡੀ ਇੱਕ ਨਾ ਸਮਾਜਿਕ ਇਸ਼ੂ ਹੈਗਾ, ਇਸ ਨੂੰ ਓਵਰਨਾਈਟ ਨਹੀਂ ਡੀਲ ਕੀਤਾ ਜਾ ਸਕਦਾ। ਇਹ ਜਿਹੜਾ ਇਸ਼ੂ ਹੈਗਾ ਇਹ ਉਸ ਧਰਤੀ ਤੇ ਹੋ ਰਿਹਾ ਹੈ। ਕਿਉਂ ਲੋਕ ਜਾ ਰਹੇ ਨੇ? ਦੇਖੋ, ਇਹ ਇੰਟਰੋਸਪੈਕਸ਼ਨ ਦੀ ਲੋੜ ਹੈਗੀ ਹੈ। ਇੱਕ ਕਾਸਟ ਦੀ ਉੱਥੇ ਡੋਮੀਨੈਂਸ ਹੋਈ ਪੰਜਾਬ ਦੇ ਵਿੱਚ, ਇਹ ਅਸੀਂ ਵੇਖਦੇ ਆ ਰਹੇ ਹੈਗੇ ਆ। ਮੇਰੇ ਜਨਮ ਤੋਂ ਪਹਿਲੇ ਦੀ ਗੱਲ ਹੈਗੀ ਹੈ, ਜਦੋਂ ਸੰਤ ਫਤਿਹ ਸਿੰਘ ਆਉਂਦੇ ਨੇ, ਬਲਕਿ ਥੋੜਾ ਜਿਹਾ ਉਸ ਤੋਂ ਪਹਿਲੇ ਵੀ ਚਲੇ ਜਾਓ, ਮੇਰੇ ਖਿਆਲ ਪ੍ਰਤਾਪ ਸਿੰਘ ਕਹਿਰੋ ਦੇ ਟਾਈਮ ਤੋਂ ਇਹ ਗੱਲ ਸ਼ੁਰੂ ਹੋ ਗਈ ਸੀ, ਇਹ ਕੰਮ ਸ਼ੁਰੂ ਹੋ ਗਿਆ ਸੀ। ਫਿਰ ਉਸ ਤੋਂ ਬਾਅਦ ਇਤਨੀ ਵੱਡੀ ਡਿਵੀਜ਼ਨ ਹੁੰਦੀ ਹੈ ਕਿ ਇੱਕ ਕਾਸਟ ਜਿਹੜੀ ਹੈਗੀ ਉਹ ਡੋਮੀਨੇਟ ਹੋ ਜਾਂਦੀ ਹੈ ਤੇ ਬਾਕੀ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ। ਇਹ ਹੋਇਆ ਪੰਜਾਬ ਦੇ ਵਿੱਚ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਪੋਲੀਟੀਕਲ ਡੋਮੀਨੈਂਸ ਹੋ ਗਈ, ਇਕਨੋਮੀ ਵਿੱਚ ਡੋਮੀਨੈਂਸ ਹੋ ਗਈ। ਇਹ ਉਸ ਜਗ੍ਹਾ ਹੋ ਰਿਹਾ ਹੈ, ਉਸ ਧਰਤੀ ਤੇ ਹੋ ਰਿਹਾ ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ, ਜਿਸ ਧਰਤੀ ਤੇ ਖਾਲਸਾ ਪੰਥ ਦੀ ਸਥਾਪਨਾ ਹੋਈ ਹੈ। ਹੁਣ ਜਦ ਤੱਕ ਇਹ ਤੁਸੀਂ ਮੁੜ ਕੇ ਉਸ ਸਿਧਾਂਤ ਵੱਲ ਨਹੀਂ ਜਾਓਗੇ ਜਿਹਨੂੰ ਕਿਹਾ ਜਾਏ ਕਿ ਨੀਚਾ ਅੰਦਰ ਨੀਚ ਦਾ ਨੀਚੀ ਹੁਮਤ ਨੀਚ ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਇਸ ਸਿਧਾਂਤ ਤੇ ਮੁੜ ਕੇ ਨਹੀਂ ਤੁਸੀਂ ਜਾਓਗੇ ਨਾ, ਤਾਂ ਤੱਕ ਮੈਨੂੰ ਲੱਗਦਾ ਇਹਦਾ ਕੋਈ ਸੋਲੂਸ਼ਨ ਹੈ ਨਹੀਂ। ਇੱਕ ਹੋਰ ਚੀਜ਼ ਗੱਲ ਕਰਨੀ ਹੈ ਕਿ ਅਸਲੀ ਨਕਲੀ ਕੇਜਰੀਵਾਲ ਦੀ ਅਸੀਂ ਗੱਲ ਕਰ ਰਹੇ ਹਾਂ, ਪਰ ਅੱਜ ਚੰਨੀ ਸਾਹਿਬ ਨਾ ਬੜੀਆਂ ਗੋਲਮੋਲ ਗੱਲਾਂ ਕਰਕੇ ਗਏ ਨੇ। ਸਿੰਪਲ ਬੰਦੇ ਨੇ, ਗੱਲਾਂ ਗੋਲਮੋਲ ਕੀਤੀਆਂ। ਜਦੋਂ ਉਹਨਾਂ ਕੋਲ ਸਵਾਲ ਇਹ ਆਇਆ ਕਿ ਤੁਸੀਂ ਜਦੋਂ ਉਹਨਾਂ ਕੋਲ ਇਹ ਸਵਾਲ ਆਇਆ ਕਿ ਅਗਰ ਨਵਜੋਤ ਸਿੰਘ ਸਿੱਧੂ ਨੂੰ 2022 ਦੇ ਲਈ ਸੀਐਮ ਚਿਹਰਾ ਐਲਾਨਿਆ ਜਾਂਦਾ ਹੈ ਕਿ ਤੁਹਾਨੂੰ ਮਨਜ਼ੂਰ ਹੋਵੇਗਾ? ਉਹਨਾਂ ਨੇ ਕਿਹਾ ਪਾਰਟੀ ਨੇ ਡਿਸਾਈਡ ਕਰਨਾ ਹੈ, ਵਿਧਾਇਕ ਡਿਸਾਈਡ ਕਰਨਗੇ। ਪਰ ਉਹਨਾਂ ਨੇ ਇਸ ਗੱਲ ਤੇ ਜਵਾਬ ਨਹੀਂ ਦਿੱਤਾ ਕਿ ਉਹਨਾਂ ਨੂੰ ਮਨਜ਼ੂਰ ਹੋਵੇਗਾ ਜਾਂ ਨਹੀਂ। ਉਹਨਾਂ ਨੇ ਕਹਿ ਦਿੱਤਾ ਕਿ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਟਿਕਟਾਂ 2 ਲੈ ਲਈ ਤੇ 2 ਟਿਕਟਾਂ ਨਾਲ ਕੰਮ ਚੱਲ ਜਾਏਗਾ। ਕਾਂਗਰਸ ਨਾਲ ਲੜਾਈ ਬੜੀ ਉਹਨਾਂ ਨੇ ਬੜਾ ਇਹਨਾਂ ਨੂੰ ਇਹ ਫਿਲਮ ਦਾ ਡਾਇਲੋਗ ਯੂਜ਼ ਕਰਕੇ ਉਹਨੂੰ ਇੱਕ ਬੜਾ ਕਲੇਵਰ ਜਿਹਾ ਮੋੜ ਦੇ ਕੇ ਗੱਲ ਨੂੰ ਛੱਡ ਦਿੱਤਾ ਗੱਲ ਨੂੰ। ਬਟ ਗੱਲ ਜਿਹੜੀ ਹੈ ਉਹ ਸਿੱਧੂ ਫੈਕਟਰ ਬਹੁਤ ਵੱਡਾ ਫੈਕਟਰ ਹੋਣ ਵਾਲਾ ਹੈ ਪੰਜਾਬ ਇਲੈਕਸ਼ਨਸ ਦੇ ਵਿੱਚ। ਆਪਾਂ ਉਹਨਾਂ ਦੇ ਦਲਿਤ ਪੋਲਿਟਿਕਸ ਦੀ ਗੱਲ ਕਰਦੇ ਹਾਂ, ਆਪਾਂ ਉਹਨਾਂ ਦੀ ਕੋਰ ਡਿਵੈਲਪਮੈਂਟਲ ਏਜੰਡੇ ਨੂੰ ਲੈ ਕੇ ਗੱਲ ਕਰਦੇ ਹਾਂ। ਬਟ ਮੇਰੇ ਹਿਸਾਬ ਨਾਲ ਜਿਹੜੇ ਸਿੱਧੂ ਨਾਲ ਉਹਨਾਂ ਦੇ ਰਿਲੇਸ਼ਨਸ਼ਿਪ ਹੈਗੇ ਗਰਾਊਂਡ ਲੈਵਲ ਤੇ ਉਹਦਾ ਬਹੁਤ ਵੱਡਾ ਇੰਪੈਕਟ ਹੋਏਗਾ। ਇਸ ਕਰਕੇ ਹੋਏਗਾ ਕਿਉਂਕਿ ਜਦੋਂ ਤੁਸੀਂ ਆਪਸ 'ਚ ਤੁਹਾਡਾ ਜਿਹੜਾ ਬੈਰ ਹੈ ਉਹ ਪਬਲਿਕਲੀ ਨਜ਼ਰ ਆ ਰਿਹਾ ਹੈ। ਉਹਨਾਂ ਨੇ ਅੱਜ ਕਿਸੇ ਵੀ ਗੱਲ ਤੇ ਉਹਨਾਂ ਤੇ ਜਦੋਂ ਸਵਾਲ ਕੀਤੇ ਗਏ ਅੱਜ ਦੀ ਡਿਸਕਸ਼ਨ ਦੇ ਵਿੱਚ, ਉਹਨਾਂ ਨੇ ਕਿਸੇ ਵੀ ਟਾਈਮ ਤੇ ਇਹ ਫੀਲਿੰਗ ਨਹੀਂ ਦਿੱਤੀ ਕਿ ਇਹ ਸਿਰਫ ਇੱਕ ਇੰਟਰਨਲ ਇਸ਼ੂ ਹੈ। ਉਹਨਾਂ ਦੀ ਸਾਇਲੈਂਸ ਤੋਂ, ਉਹਨਾਂ ਦੇ ਜਿਹੜੇ ਡਿਪਲੋਮੈਟਿਕ ਆਨਸਰਸ ਵਿੱਚ ਇਹ ਪੂਰੀ ਝਲਕ ਸੀਗੀ ਕਿ ਸਿੱਧੂ ਨਾਲ ਉਹਨਾਂ ਦਾ ਜਿਹੜਾ ਡਿਸਕਾਰਡ ਹੈਗਾ ਉਹ ਬਹੁਤ ਐਵੀਡੈਂਟ ਹੈਗਾ। ਉਹਨਾਂ ਦੀ ਸਿੱਧੂ ਨਾਲ ਗੱਲ ਨਹੀਂ ਬਣ ਰਹੀ ਤੇ ਸਿੱਧੂ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਓਪਨਲੀ ਕ੍ਰਿਟਿਸਾਈਜ਼ ਕਰ ਰਿਹਾ ਉਹਨਾਂ ਨੂੰ। ਹਾਲਾਂਕਿ ਉਹਨਾਂ ਨੇ ਐਡਮਿਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਇਸ ਗੱਲ ਨੂੰ ਇਸ ਤਰ੍ਹਾਂ ਟਰਨ ਕਰਨ ਦੀ ਕੋਸ਼ਿਸ਼ ਕੀਤੀ ਕਿ ਇੰਟਰਨਲ ਕ੍ਰਿਟਿਸਿਜ਼ਮ ਦੀ ਗੱਲ ਹੈ ਕਾਂਗਰਸ ਦੇ ਵਿੱਚ। ਬਟ ਇੰਟਰਨਲੀ ਕ੍ਰਿਟਿਸਿਜ਼ਮ ਹੋਰ ਵੀ ਲੱਗਦੀ ਹੈ। ਜਿਹੜੀ ਗੋਲਕੀਪਰ ਵਾਲੀ ਐਨਾਲੋਜੀ ਸੀ ਕਿ ਗੋਲਕੀਪਰ ਮੈਂ ਹੈਂਡਬਾਲ ਦਾ ਗੋਲਕੀਪਰ ਸੀਗਾ ਤੇ ਹਾਕੀ ਦਾ ਵੀ ਗੋਲਕੀਪਰ ਬਣਿਆ ਤੇ ਹੁਣ ਵੀ ਮੈਂ ਗੋਲਕੀਪਿੰਗ ਕਰ ਰਿਹਾ। ਹਾਂ, ਅੱਜ ਕਿਸੇ ਨੂੰ ਬਚਾ ਰਿਹਾ ਤਾਂ ਨਵਜੋਤ ਸਿੰਘ ਨਹੀਂ ਬਚਾ ਰਿਹਾ। ਇਟ ਵਾਸ ਅ ਮੈਸੇਜ ਕਿ ਮੈਂ ਬਚਾ ਰਿਹਾ। ਨਹੀਂ, ਦੇਖੋ ਉਹੀ ਗੱਲ, ਜਦੋਂ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਮੈਂ ਕਿਸੇ ਨੂੰ ਬਚਾ ਰਿਹਾ, ਤੁਸੀਂ ਇਹ ਵੀ ਨਾਲ ਕਹਿ ਰਹੇ ਹੋ ਕਿ ਕਿਸੇ ਨੂੰ ਬਚਾਉਣ ਦੀ ਲੋੜ ਹੈਗੀ ਹੈ। ਠੀਕ ਹੈ ਨਾ, ਤੁਸੀਂ ਐਡਮਿਟ ਕਰ ਰਹੇ ਹੋ ਇਸ ਗੱਲ ਨੂੰ ਤੇ ਤੁਸੀਂ, ਲੇਕਿਨ ਜਦੋਂ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਜਾਂਦੀ ਹੈ ਕਿ ਜਿਹੜਾ ਪਾਰਟੀ ਦਾ ਹੈਡ ਹੈ ਤੇ ਜਿਹੜਾ ਸੀਐਮ ਹੈ ਉਹਦੇ ਚ ਬਣ ਨਹੀਂ ਰਹੀ ਗੱਲ, ਤੇ ਲੋਕ ਪੀਪਲ ਡੋਨਟ ਵਾਂਟ ਟੂ ਬੀ ਔਨ ਦਾ ਲੂਜ਼ਿੰਗ ਸਾਈਡ। ਗੱਲ ਵੀ ਹੋ ਸਕਦੀ ਹੈ, ਜਿੱਦਾਂ ਆਪਾਂ ਕਹਿੰਦੇ ਚਿੱਤ ਵੀ ਮੇਰੀ ਪੱਟ ਵੀ ਮੇਰੀ,
ਕ੍ਰਿਟਿਸਿਜ਼ਮ ਵੀ ਮੇਰੇ ਕੋਲੋਂ ਆਊਗਾ ਤੇ ਸਰਕਾਰ ਵੀ ਹੈਗੀ ਹੈ। ਤਾਂ ਹੀ ਉਹਨੇ ਬਾਰ-ਬਾਰ ਕਿਹਾ ਕਿ ਇੰਟਰਨਲ ਡੈਮੋਕ੍ਰੇਸੀ ਹੈਗੀ ਹੈ, ਬਿਕੋਜ਼ ਤੁਸੀਂ ਦੇਖੋ ਜਿਹੜਾ ਆਪੋਜੀਸ਼ਨ ਦਾ ਸਪੇਸ ਹੈ ਉਹ ਤਾਂ ਸਿੱਧੂ ਨੇ ਲੈ ਲਿਆ ਹੈ। ਕਿੱਥੇ ਅੱਜ ਆਪਾਂ ਕਿੱਥੇ ਗੱਲ ਕਰ ਰਹੇ ਬਾਦਲਾਂ ਦੀ, ਅੱਜ ਆਪਾਂ ਕਿੱਥੇ ਗੱਲ ਕਰ ਰਹੇ ਹਾਂ ਵੀ ਕੇਜਰੀਵਾਲ ਸੀਗਾ ਤੇ ਹੁਣ ਅਖਿਲੇਸ਼। ਇੱਕ ਮਿੰਟ ਦੇ ਤੁਸੀਂ ਗੱਲ ਦੇਖੋ ਨਾ, ਚਿੱਤ ਵੀ ਮੇਰੀ ਪੱਟ ਵੀ ਮੇਰੀ ਹੈ। ਇਟਸ ਅ ਸਟ੍ਰੈਟਜੀ। ਤੁਸੀਂ ਇਹ ਸੋਚੋ ਹੁਣ ਕੈਪਟਨ ਨੂੰ ਹਟਾ ਕੇ ਤੁਸੀਂ ਚੰਨੀ ਨੂੰ ਲੈ ਕੇ ਆਏ ਹੋ ਤੇ ਸਿੱਧੂ ਪਹਿਲਾਂ ਵੀ ਇਹ ਮਸਲੇ ਐਦਾਂ ਦੀ ਗੱਲ ਨਹੀਂ ਕਿ ਜਿਹੜੇ ਸਿੱਧੂ ਮਸਲੇ ਉਠਾ ਰਿਹਾ ਚੰਨੀ ਨਹੀਂ ਉਠਾ ਰਿਹਾ ਸੀ, ਜਿਹੜਾ ਚੰਨੀ ਮਸਲੇ ਉਠਾ ਰਿਹਾ ਸਿੱਧੂ ਨਹੀਂ ਉਠਾ ਰਿਹਾ ਸੀ, ਇਹ ਸਾਰੇ ਉਠਾ ਰਹੇ ਸੀ। ਤਾਂ ਹੀ ਕਰਕੇ ਉਹਨਾਂ ਨੇ ਦੋਨੋਂ ਨਾਲ ਸੀਗੇ। ਇਹ ਇੱਕ ਹੀ ਟੀਮ ਹੈਗੀ ਇਹਨਾਂ ਦੀ। ਤੇ ਨਾਲੇ ਜੇ ਤੁਸੀਂ ਇੱਕ ਹੋਰ ਫੈਕਟਰ ਜਿਹੜਾ ਭੁੱਲ ਰਹੇ ਹੋ, ਉਹ ਇਹਨਾਂ ਦੇ ਡਿਪਟੀ ਸੀ ਰੰਧਾਵਾ ਸਾਹਿਬ, ਜਿਨ੍ਹਾਂ ਦੇ ਕੋਲ 40 ਮੈਂਬਰ ਸੀਗੇ, ਉਹ ਫਰਸਟ ਰਨਰ ਸੀਗੇ। ਤੇ ਸਿੱਧੂ ਦੇ ਨਾਲ ਉਹ ਬੈਰ ਨਾ ਪਏ, ਕੁਝ ਨਾ ਹੋਏ, ਤਾਂ ਕਰਕੇ ਰੰਧਾਵਾ ਸਾਹਿਬ ਨੇ ਚੰਨੀ ਸਾਹਿਬ ਨੂੰ ਰਾਹੁਲ ਗਾਂਧੀ ਨੇ ਪੁਸ਼ ਕੀਤਾ। ਆਈ ਜਸਟ ਵਾਂਟ ਟੂ ਕੰਪਲੀਟ ਇਟ। ਤੁਸੀਂ ਗੱਲ ਦੇਖੋ, ਅੱਜ ਜਿਹੜਾ ਬੀਜੇਪੀ ਚਾਹ ਰਹੀ ਸੀ ਆਪੋਜੀਸ਼ਨ ਦੀ ਸਪੇਸ ਜਿਹੜੀ ਸੀਗੀ ਵੀ, ਚਲੋ ਕੈਪਟਨ ਦੇ ਉੱਤੇ ਜੇ ਬਾਦਲਾਂ ਨੂੰ ਨਹੀਂ ਲੋਕੀ ਸਪੋਰਟ ਕਰ ਰਹੇ, ਕੈਪਟਨ ਦੇ ਉੱਤੇ ਨਾਲ ਬੀਜੇਪੀ ਲੱਗ ਕੇ ਅਕਾਲੀ ਲੱਗ ਕੇ ਬੜਾ ਫਰੰਟ ਇਕੱਠਾ ਕਰਕੇ ਬੀਐਸਪੀ ਨਾਲੇ ਹੋ ਕੇ ਆਪਾਂ ਕਰ ਲਈਏ ਸਰਕਾਰ ਦਾ ਜਿਹੜਾ ਮਹਾਗਠਬੰਧਨ ਅਸੀਂ ਰਿਵਰਸ ਵੇ ਦੇ ਵਿੱਚ ਪੰਜਾਬ 'ਚ ਵੇਖਦੇ, ਉਸ ਵੇ ਤੇ ਸਿੱਧੂ ਨੇ ਲੈ ਲਿਆ। ਉਹ ਹਰ ਗੱਲ 'ਚ ਟਿੱਕਰ ਕਰ ਦਿੰਦਾ ਹੈ ਵੀ ਇਹ ਨਹੀਂ ਹੋਇਆ, ਇਹ ਨਹੀਂ ਹੋਇਆ, ਇਹ ਨਹੀਂ ਹੋਇਆ, ਇਹ ਨਹੀਂ ਹੋਇਆ। ਤੁਸੀਂ ਹੁਣ ਇੱਕ ਚੀਜ਼ ਦੇਖੋ, देयर इज अ ਮੈਥਡ ਟੂ ਦ ਮੈਡਨੈਸ। ਹਮੇਸ਼ਾ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਸਟ੍ਰੈਟਜੀ ਹੁੰਦੀ ਹੈ ਤੇ ਇੱਥੇ ਉਹੀ ਹੋ ਰਿਹਾ। ਸੀਐਮ ਕਹਿ ਰਿਹਾ ਮੈਂ ਕਰ ਰਿਹਾ, ਤੁਸੀਂ ਬਿਲਕੁਲ ਸਹੀ ਕਿਹਾ ਵੀ ਉਹਨੇ ਚੀਫ ਮਿਨਿਸਟਰ ਨੇ ਕਹਿਤਾ ਵੀ ਕੀਤਾ ਵੀ ਮੈਂ ਡਿਫੈਂਡ ਕਰ ਰਿਹਾ, ਗੋਲਕੀਪਰ ਆ। ਤੇ ਇੱਕ ਜੇ ਕੋਈ ਫੁੱਟਬਾਲ ਦਾ ਮੈਚ ਹੁੰਦਾ ਤੇ ਇੱਕ ਜਿਹੜਾ ਫਾਰਵਰਡ ਖੇਲਦਾ ਇੱਕ ਡਿਫੈਂਡ ਕਰਦਾ, ਐਂਡ ਡਿਫੈਂਡਰ ਇਜ਼ ਮੋਰ ਇੰਪੋਰਟੈਂਟ ਦੈਨ ਜਿਹੜਾ ਗੋਲ ਕਰਨ ਨੂੰ ਜਾ ਰਿਹਾ। ਤੇ ਇਹ ਇੱਕ ਸੋਚੀ ਸਮਝੀ ਰਣਨੀਤੀ ਹੈ ਤੇ ਉਹਨਾਂ ਨੇ ਜਿਹੜੀ ਉਹ ਕਹੀ ਹੈ ਕਿ 2 ਟਿਕਟਾਂ ਲੈ ਲਈਆਂ, ਉਹ ਲੱਗਦਾ ਹੈ ਕਾਂਗਰਸ ਹੁਣ 2 ਟਿਕਟਾਂ ਦੀ ਹੀ ਸਵਾਰੀ ਕਰੂਗੀ ਕਿ ਹਰ ਜਗ੍ਹਾ ਵਨ ਮੈਨ ਵਨ ਪੋਸਟ ਵਾਲੀ ਤੁਸੀਂ ਗੱਲ ਨਾ ਭੁੱਲੋ। ਹੁਣ ਸਚਿਨ ਪਾਇਲਟ ਵੀ ਉਹੀ ਹੌਲੇ ਹੌਲੇ ਰਾਹ ਤੇ ਆ ਗਿਆ ਹੈ। ਹੁਣ ਰਾਜਸਥਾਨ ਦੇ ਵਿੱਚ ਇੱਕ ਤਰਫ ਤੁਹਾਡੇ ਗਹਿਲੋਤ ਸਾਹਿਬ ਹੈ ਤੇ ਇੱਕ ਤਰਫ ਸਚਿਨ ਹੈਗਾ। ਇਦਾਂ ਹੀ ਤੁਸੀਂ ਛੱਤੀਸਗੜ੍ਹ ਦੇਖੋ, ਪੰਜਾਬ ਦੇ ਨਾਲ ਨਾਲ ਬਾਕੀ ਹੋਰ ਇਲਾਕੇ ਦੇਖੋ, ਕਾਂਗਰਸ ਉਸੇ ਜਿਹੜੀ ਦਿਸ਼ਾ ਦੇ ਵਿੱਚ ਹੈ ਹੌਲੀ ਹੌਲੀ ਜਾ ਰਹੀ ਵੀ। ਦੇਰ ਵਿਲ ਆਲਵੇਜ਼ ਬੀ 2 ਪੀਪਲ। ਇੱਕ ਦਾ ਸਮਰਾਜ ਨਹੀਂ ਹੋਗਾ, ਕਿਉਂਕਿ ਉਹ ਦੇਖ ਲਿਆ ਉਹਨਾਂ ਨੇ ਕਿ ਕੈਪਟਨ ਸਾਹਿਬ ਨੇ ਉਹਦਾ। ਅਸੀਂ ਕਿੱਦਾਂ ਭੁੱਲ ਸਕਦੇ ਕੈਪਟਨ ਸਾਹਿਬ ਦਿੱਲੀ ਆਂਦੇ ਸੀਗੇ ਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਨਹੀਂ ਮਿਲਦੇ ਸੀ, ਬਲ ਜਾ ਕੇ ਬਾਕੀ ਸਭ ਜਗ੍ਹਾ ਉੱਧਰ ਮਿਲ ਕੇ ਲੋਕਾਂ ਨੂੰ ਵਾਪਸ ਚਲੇ ਜਾਂਦੇ ਸੀ। ਇੱਥੇ ਉਹਨੇ ਇੱਧਰ ਵੀ ਉਹਨੇ ਰਿਵਰਸ ਕੀਤਾ। ਹੁਣ ਕੀ ਕਰ ਰਿਹਾ, ਜਦ ਵੀ ਚੰਨੀ ਆ ਰਿਹਾ ਫਲਾਈਟ ਫੜਦਾ ਹੈ, ਦਿੱਲੀ ਆਂਦਾ ਹੈ, ਸਿੱਧੇ ਰਾਹੁਲ ਗਾਂਧੀ ਮੂਸੇਵਾਲੇ ਨੂੰ ਜੁਆਇਨ ਕਰਾਇਆ, ਸਿੱਧੇ ਰਾਹੁਲ ਗਾਂਧੀ। ਪਿਛਲੇ 1 ਹਫ਼ਤੇ ਦੇ ਵਿੱਚ 3 ਵਾਰੀ ਮਿਲ ਚੁੱਕੇ ਹਨ। ਸਿੱਧੂ ਨੂੰ ਸ਼ੁਰੂ 'ਚ ਲੱਗਾ ਹੋਏਗਾ ਕਿ ਮੈਂ ਕੰਟਰੋਲ ਕਰ ਲਾਂਗਾ ਚਰਨਜੀਤ ਸਿੰਘ ਚੰਨੀ ਨੂੰ, ਪਰ ਉਹਨਾਂ ਨੇ ਆਪਣਾ ਰਾਹ ਚੁਣ ਲਿਆ ਕਿ ਹਾਂ ਸ਼ੁਰੂ 'ਚ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੱਗਾ ਤੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਹਾਂ ਕੰਟਰੋਲ ਕਰ ਲਾਂਗਾ। ਉਹ ਇਹੋ ਜੀ ਗੱਲ ਨਹੀਂ ਹੈ, ਉਹਨੂੰ ਅੱਜ ਵੀ ਲੱਗਦਾ ਮੈਂ ਕੰਟਰੋਲ ਕਰ ਲਾਂਗਾ। ਬਟ ਤੁਸੀਂ ਇੱਕ ਸੀਨ ਦੇਖੋ, ਚੰਨੀ ਉਧਰ ਹੀ ਨਹੀਂ ਰੁਕੂਗਾ। ਅੱਗੇ 2024 ਦੇ ਚੋਣ ਆ ਰਹੇ, ਸਮਝੋ ਤੁਸੀਂ। ਜੇ ਉੱਥੇ ਪੰਜਾਬ ਕਰ ਗਈ ਤੇ ਹੋ ਸਕਦਾ ਸਿੱਧੂ ਨੂੰ ਕਹਿਣਗੇ ਵੀ ਤੂੰ ਇੱਧਰ ਆ ਜਾ ਜਾਂ ਉੱਧਰ ਆ ਜਾ ਤੇ ਲੰਘ ਜਾਣਾ। ਸਿੱਧੂ ਤੇ ਚੰਨੀ 'ਚ ਕੋਈ ਇੱਕ ਚਿਹਰਾ ਚੁਣ ਪਾਏਗੀ ਹੁਣ ਜੋ ਹਾਲਾਤ ਨੇ, ਕਿਉਂਕਿ ਚੰਨੀ ਨੂੰ ਸਾਈਡਲਾਈਨ ਨਹੀਂ ਕਰ ਸਕਦੇ। ਸੀਐਮ ਫੇਸ ਕਿਹਨੂੰ ਡਿਕਲੇਅਰ ਕਰੇਗੀ ਕਾਂਗਰਸ? ਦੇਖੋ ਤੁਹਾਨੂੰ ਮੈਂ ਗੱਲ ਦੱਸਾਂ, ਅੱਜ ਦੇ ਡੇਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਇਜ਼ ਦ ਬਿਗੇਸਟ ਫੇਸ ਆਫ ਦਲਿਤਸ ਅਕ੍ਰੋਸ ਕੰਟਰੀ। ਹੋਰ ਕੋਈ ਮੁੱਖ ਮੰਤਰੀ ਦਲਿਤ ਨਹੀਂ ਹੈ, ਤੁਸੀਂ ਸਮਝੋ। ਤੇ ਹੁਣ ਜਿਹੜੀ 2024 ਦੇ ਚੁਣਾਵ ਆਣਗੇ, ਯੂ ਨੀਡ ਅ ਵੈਰੀ ਸਟਰੋਂਗ ਰੀਜ਼ਨ। ਤੁਹਾਨੂੰ ਇੱਕ ਬਹੁਤ ਬੜਾ ਰੀਜ਼ਨ ਚਾਹੀਦਾ ਹੈ ਚੰਨੀ ਨੂੰ ਰਿਮੂਵ ਕਰਨ ਦਾ। ਤੇ ਉੱਥੇ ਇਫ ਐਂਡ ਬਟ ਨਹੀਂ ਹੈ। ਜੇ ਸਰਕਾਰ ਆਊਗੀ ਤੇ ਮੁੱਖ ਮੰਤਰੀ ਤੋਂ ਇਹੀ ਰਹਿਣਾ ਹੈ। ਨਵਜੋਤ ਸਿੰਘ ਸਿੱਧੂ ਰੋਸ ਜਾਣਗੇ, ਫਿਰ ਉਹਨਾਂ ਦਾ ਕੀ ਹੋਏਗਾ? ਇਹ ਦੇਖੋ ਦੇਖੋ ਇਹ ਗੱਲ ਜਿਵੇਂ ਨੇ ਕਹੀ, ਪੰਜਾਬ ਦੇ ਵਿੱਚ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਕਿ 2 ਪੋਲਸ ਹੁੰਦੇ ਨੇ, 2 ਧੁਰ। ਦਰਬਾਰਾ ਸਿੰਘ ਹੁੰਦੇ ਸੀ, ਨਾਲ ਗਿਆਨੀ ਜ਼ੈਲ ਸਿੰਘ ਵੀ ਹੁੰਦਾ ਸੀ, ਠੀਕ ਹੈ। ਸਿਮਿਲਰਲੀ ਜਦੋਂ ਪ੍ਰਤਾਪ ਸਿੰਘ ਕਹਿ ਰਹੇ ਸੀ ਤੇ ਉਹਨਾਂ ਦੇ ਵਿਰੋਧੀ ਧੁਰ ਵਿਰੋਧੀ ਕਾਂਗਰਸ ਵਿੱਚੋਂ ਹੀ ਸੀ। ਪਰ ਨਹੀਂ ਦੇਖੋ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਗੱਲ ਹੈਗੀ ਹੈ ਨਾ, ਇਹ ਜਿਸ ਤਰ੍ਹਾਂ ਗੁੱਡ ਕਾਪ ਬੈਡ ਕਾਪ ਤੇ ਪਲੇ ਹੋ ਰਿਹਾ ਹੈ। ਹੁਣ ਇਹਦੇ ਪਿੱਛੇ ਗ੍ਰੈਂਡ ਡਿਜ਼ਾਈਨ ਹੈ ਕਿ ਨਹੀਂ ਇਹ ਨਹੀਂ ਸਾਨੂੰ ਪਤਾ। ਸਾਨੂੰ ਇਹ ਵੀ ਪਤਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਬੜੇ ਟੈਂਪਰਾਮੈਂਟਲ ਨੇ, ਉਹ ਹੈ ਨੇ ਇਸ ਤਰ੍ਹਾਂ ਦੇ। ਉਹ ਰਿਐਲਿਟੀ ਸ਼ੋਅ ਵਿੱਚੋਂ ਨਿਕਲ ਕੇ ਆ ਰਹੇ ਨੇ। ਤੁਸੀਂ ਦੇਖੋ ਉਹਨਾਂ ਦਾ ਹਰ ਬੰਦੇ ਤੇ ਇੱਕ ਪਿਛੋਕੜ ਹੁੰਦਾ ਹੈ। ਉਹ ਰਿਐਲਿਟੀ ਸ਼ੋਅ ਵਿੱਚੋਂ ਨਿਕਲ ਕੇ ਆ ਰਹੇ ਨੇ। ਉਹਨਾਂ ਦੀ ਹਰ ਚੀਜ਼ ਹੋਏਗੀ, ਸ਼ੌਕ ਸਟੇਟਮੈਂਟ ਹੋਏਗੀ, ਉਹ ਹੋਏਗੀ। ਤੇ ਉਹਨਾਂ ਕੋਲ ਪੇਸ਼ੈਂਸ ਵੀ ਨਹੀਂ ਹੈਗੀ। ਦਿਸ ਇਜ਼ ਵਟ ਨਵਜੋਤ ਸਿੱਧੂ ਇਜ਼, ਲੈਟਸ ਐਕਸੈਪਟ ਇਟ। ਲੇਕਿਨ ਇਹਦੇ ਨਾਲ ਤੁਸੀਂ ਕੰਬੀਨੇਸ਼ਨ ਦੇਖੋ, 32% ਵੋਟ ਦਲਤਾਂ ਦਾ ਹੈ। ਅੱਜ ਮੰਨ ਲਿਆ ਕਿ ਉਹ ਮੋਨੋਲਿਥਿਕ ਨਹੀਂ ਹੈ, ਲੇਕਿਨ ਹੋ ਸਕਦਾ ਮੋਨੋਲਿਥਿਕ ਹੋ ਜਾਏ ਚੰਨੀ ਫੈਕਟਰ ਦੇ ਨਾਲ, ਕੁਝ ਤੇ ਫਰਕ ਪਏਗਾ ਨਾ। 32% ਬਹੁਤ ਹੁੰਦਾ ਹੈ। ਅੱਛਾ, ਫਿਰ ਉਸ ਤੋਂ ਬਾਅਦ 19% ਵੋਟ ਜਿਹੜਾ ਹੈਗਾ ਉਹ ਜੱਟ ਸਿੱਖ ਦਾ ਹੈਗਾ। ਤੇ ਉਹ ਦੇ ਜੱਟਾਂ ਦੀ ਜਿਹੜੀ ਜ਼ਬਾਨ ਹੁੰਦੀ ਹੈ, ਲੈਂਗੁਏਜ ਹੁੰਦੀ ਹੈ, ਜਿਸ ਤੁਸੀਂ ਅਪਬੀਟ ਮੂਡ ਵਿੱਚ ਅੱਗੇ ਆਉਂਦੇ ਹੋ,
ਉਹ ਨਵਜੋਤ ਸਿੰਘ ਸਿੱਧੂ ਕੋਲ ਹੈ। ਸੋ ਇਹ ਕੰਬੀਨੇਸ਼ਨ ਇਨ ਅ ਵੇ ਭਾਵੇਂ ਇਹ ਡਿਜ਼ਾਈਨ ਹੈ ਜਾਂ ਨਹੀਂ ਹੈਗਾ, ਇਹ ਡੈਡਲੀ ਹੈਗਾ। ਹਾਂ, ਇਹ ਲੀਗਲ ਕੰਬੀਨੇਸ਼ਨ ਹੈਗਾ ਡੈਫੀਨਿਟਲੀ। ਅੱਜ ਵੀ ਤੁਸੀਂ ਦੇਖੋ ਇਹਨਾਂ ਨੇ ਬਾਦਲਾਂ ਤੇ ਕੋਈ ਗੱਲ ਹੀ ਨਹੀਂ ਕੀਤੀ। ਅੱਛਾ, ਉਹ ਥੋੜੀ ਬਹੁਤ ਜਿਹੜੀ ਗੱਲ ਕੀਤੀ ਉਹਨਾਂ ਨੇ ਕੇਜਰੀਵਾਲ ਦੀ ਕੀਤੀ, ਯਾਨੀ ਅਗਰ ਕੋਈ ਚੈਲੰਜਰ ਹੈ ਵੀ ਪੰਜਾਬ ਦੇ ਵਿੱਚ ਉਹ ਕੇਜਰੀਵਾਲ ਹੈ, ਜਿਨ੍ਹਾਂ ਕੋਲ ਲੀਡਰ ਹੀ ਕੋਈ ਨਹੀਂ। ਅੰਡਰਸਟੈਂਡ ਦਿਸ ਥਿੰਗ। ਅੱਜ ਵੀ ਮੈਨੂੰ ਇਹ ਲੱਗ ਰਿਹਾ ਹੈਗਾ ਇਟਸ ਐਡਵਾਂਟੇਜ ਕਾਂਗਰਸ। ਅੱਗੋਂ ਪਤਾ ਨਹੀਂ ਵੋਟਰ ਕਿਸ ਤਰ੍ਹਾਂ ਕਿਸ ਮੂਡ 'ਚ ਆਉਂਦਾ, ਕਿਸ ਮੂਡ 'ਚ ਨਹੀਂ ਆਉਂਦਾ। ਹਾਲ ਦੀ ਘੜੀ ਇਹ ਕੰਬੀਨੇਸ਼ਨ ਜਿਹੜਾ ਹੈਗਾ ਇਹ ਕੰਮ ਕਰ ਰਿਹਾ ਹੈ। ਪਰ ਮੈਨੂੰ ਥੋੜਾ ਜਿਹਾ ਮੈਂ ਡਿਫਰੈਂਟ ਸੋਚ ਰੱਖਦਾ, ਕਿਉਂਕਿ ਜੇ ਗੁੱਡ ਕੌਪ ਬੈਡ ਕੌਪ ਖੇਡ ਰਹੇ ਹੈ, ਜੇ ਗੁੱਡ ਕੌਪ ਬੈਡ ਕੌਪ ਖੇਡ ਰਹੇ ਹੈ ਤੇ ਉਹਦੇ ਵਿੱਚ ਇਹ ਬੈਕਫਾਇਰ ਵੀ ਕਰ ਸਕਦਾ ਹੈ। ਕਿਉਂਕਿ ਦੇਖੋ ਪੰਜਾਬ 'ਚ ਨਾ ਹਰ ਕਮਿਊਨਿਟੀ ਜਿਹੜੀ ਹੈ ਵੋਕਲ ਨਹੀਂ ਹੁੰਦੀ। ਜਿਹੜੀ ਹਿੰਦੂ ਕਮਿਊਨਿਟੀ ਹੈ 38-39% ਦੇ ਕਰੀਬ ਹੈ, ਉਹ ਨਾ ਸਬਮਿਸਿਵ ਹੈ, ਰਿਐਕਸ਼ਨਰੀ ਕਮਿਊਨਿਟੀ ਹੈ, ਉਹ ਬੋਲਦੀ ਨਹੀਂ ਹੈ। ਬਟ ਉਹ ਆਬਜ਼ਰਵ ਜ਼ਰੂਰ ਕਰਦੀ ਹੈ ਕਿ ਦੂਜੀ ਕਮਿਊਨਿਟੀਆਂ ਕੀ ਕਰ ਰਹੀਆਂ ਨੇ, ਔਰ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਬਿਹੇਵ ਕਰ ਰਿਹਾ ਹੈ ਔਰ ਉਹਨਾਂ ਦੇ ਵਿੱਚ ਇੱਕ ਬੈਕਲੈਸ਼ ਹੋ ਰਿਹਾ ਹੈ। ਜੇ ਉਹ ਉੱਪਰ ਉੱਠਦੇ ਦਿਖਣਗੇ ਦੇ ਵਿਲ ਮੂਵ ਅਵੇ, ਕਿਉਂਕਿ ਪਹਿਲਾਂ ਉਹਨਾਂ ਕੋਲ ਕੈਪਟਨ ਅਮਰਿੰਦਰ ਸਿੰਘ ਵਰਗਾ ਮੋਡਰੇਟ ਆਦਮੀ ਸੀਗਾ ਜਿਨੇ ਮਿਲੀਟੈਂਸੀ ਵੇਲੇ ਹਿੰਦੂਆਂ ਦੇ ਨਾਲ ਖੜਾ ਹੋਇਆ, ਹਿੰਦੂਆਂ ਦੇ ਨਾਲ ਉਹਨੇ ਕਾਫੀ ਸਾਰੀਆਂ ਉਹਨਾਂ ਦੀ ਹੈਲਪ ਕੀਤੀ। ਤੇ ਉਹ ਉਸ ਚੱਕਰ ਦੇ ਵਿੱਚ ਬਲਕ ਦੇ ਵਿੱਚ ਕਾਂਗਰਸ ਨਾਲ ਜਾਂਦੇ ਸੀ। ਬੇਅੰਤ ਸਿੰਘ ਸੀਗੇ, ਉਹਨਾਂ ਨੇ ਵੀ ਹਿੰਦੂਆਂ ਨਾਲ ਖੜੇ ਹੋਏ, ਉਹ ਬਲਕ ਵਿੱਚ ਕਾਂਗਰਸ ਜਾਂਦੇ ਸੀ। ਔਰ ਪੰਜਾਬ ਇਕਲੌਤੀ ਸਟੇਟ ਹੈ ਅਦਰ ਦੈਨ ਕੇਰਲਾ ਜਿੱਥੇ ਹਿੰਦੂਆਂ ਦੀ ਪਹਿਲੀ ਚੋਇਸ ਕਾਂਗਰਸ ਹੁੰਦੀ ਸੀ, ਨਾਟ ਬੀਜੇਪੀ। ਠੀਕ ਹੈ ਨਾ। ਤੇ ਹੁਣ ਉੱਥੇ ਇਹ ਦੁਵਿਧਾ ਪੈਦਾ ਹੋ ਰਹੀ ਹੈ ਕਿ ਅਗਰ ਨਵਜੋਤ ਸਿੰਘ ਸਿੱਧੂ ਇਸ ਤਰੀਕੇ ਦੇ ਬੰਦੇ ਹੈ ਜੋ ਬਿਨਾਂ ਸੋਚੇ ਸਮਝੇ ਬਿਆਨ ਵੀ ਦੇ ਰਹੇ ਹੈ। ਹੁਣ ਕੱਲ ਜਿਸ ਤਰ੍ਹਾਂ ਉਹਨਾਂ ਨੇ ਜ਼ਬਰਦਸਤੀ ਇੱਕ ਤਰੀਕੇ ਨਾਲ ਓਵਰ ਪਾਵਰ ਹੋ ਕੇ ਮੂਸੇਵਾਲੇ ਨੂੰ ਜੁਆਇਨ ਵੀ ਕਰਾ ਲਿਆ, ਔਰ ਉਸ ਤੋਂ ਬਾਅਦ ਉਹਨਾਂ ਦੀਆਂ ਜਿਸ ਤਰੀਕੇ ਦੇ ਪੁਰਾਣੇ ਸੌਂਗਸ ਨਿਕਲ ਕੇ ਆ ਰਹੇ ਹੈ ਕਿ ਭਿੰਡਰਾਂ ਵਾਲੇ ਦੀ ਪ੍ਰੇਜ਼ ਕਰ ਰਹੇ ਹੈ, ਉਹ ਹਿੰਦੂ ਕਮਿਊਨਿਟੀ ਉਸ ਤੋਂ ਮਤਲਬ ਘਬਰਾਉਂਦੀ ਹੈ ਨਾ। ਹੁਣ ਚੰਨੀ ਉਹਨੂੰ ਅਪੀਜ਼ ਕਰਨ ਲਈ ਕੁਝ ਨਹੀਂ ਕਰ ਰਹੇ। ਔਰ ਦੂਸਰੀ ਗੱਲ ਹੈ ਕਿ ਮੋਨੋਲਿਥ ਬਣਾਉਣ ਦੀ ਦਲਿਤਾਂ ਨੂੰ, ਉਹਦੇ ਵਾਸਤੇ ਵੀ ਕੁਝ ਨਹੀਂ ਕਰ ਰਹੇ। ਹੁਣ ਜਿਹੜਾ 2006 ਦਾ ਐਕਟ ਸੀਗਾ, ਹੁਣ ਉਸ ਨੂੰ ਡਾਇਲਿਊਟ ਕਰਨ ਦੀ ਗੱਲ ਕੀਤੀ ਜਾ ਰਹੀ, ਜਿਹਦੇ ਵਿੱਚ ਰਿਜ਼ਰਵੇਸ਼ਨ ਇਨਟੂ ਰਿਜ਼ਰਵੇਸ਼ਨ ਦੀ ਪੰਜਾਬ ਨੇ ਪ੍ਰੋਵੀਜ਼ਨ ਕੀਤੀ ਹੋਈ ਸੀ ਕਿ ਮਜਬੀਆਂ ਨੂੰ ਤੇ ਜਿਹੜੇ ਰਾਮਦਾਸੀ ਰਵਿਦਾਸੀ ਕਮਿਊਨਿਟੀ ਉਹਨੂੰ ਬਰਾਬਰ ਰਿਜ਼ਰਵੇਸ਼ਨ ਮਿਲੇ। ਉਹਨੂੰ ਡਾਇਲਿਊਟ ਕਰਨ ਦੀ ਗੱਲ ਚੱਲ ਰਹੀ ਹੈ। ਹੁਣ ਜੇ ਉਹ ਡਾਇਲਿਊਟ ਹੁੰਦਾ ਹੈ ਤੇ ਮਜਬੀ ਸਿੱਖ ਕਿਉਂ ਚੱਲੇਗਾ? ਔਰ ਮਜਬੀ ਸਿੱਖ ਨੂੰ ਅਗਰ ਤੁਸੀਂ ਦੇਖੋ, ਉਹ ਹਮੇਸ਼ਾ ਜੱਟਾਂ ਦੇ ਨਾਲ ਚੱਲਦਾ ਹੈ। ਉਹ ਇਸ ਲਈ ਉਹ ਜ਼ਿਆਦਾ ਉਹਦਾ ਝੁਕਾਅ ਅਕਾਲੀ ਦਲ ਵੱਲ ਹੁੰਦਾ ਸੀਗਾ, ਕਿਉਂਕਿ ਜਿਹਨੂੰ ਅਸੀਂ ਜੱਟਾਂ ਦੀ ਪਾਰਟੀ ਮੰਨਦੇ ਆ, ਰੂਰਲ ਏਰੀਆ ਦੇ ਵਿੱਚ ਉਹ ਰਹਿੰਦੇ ਆ, ਉਹਨਾਂ ਦਾ ਲਾਈਵਲੀਹੁੱਡ ਉਹਨਾਂ ਦੇ ਨਾਲ ਚੱਲਦਾ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਉਹ ਇੰਨੀ ਜਲਦੀ ਇੱਕ ਕਾਂਗਰਸ ਦੇ ਇਰਦ ਗਿਰਦ ਆਪਣਾ ਉਹ ਬਣਾ ਲੈਣਗੇ, ਮੋਨੋਲਿਥ ਬਣ ਕੇ ਆ ਜਾਣਗੇ। ਤੇ ਇਸ ਲਈ ਇਹ ਗੁੱਡ ਕੌਪ ਬੈਡ ਕੌਪ ਜਿਹੜਾ ਹੈਗਾ, ਇਹ ਪੰਜਾਬ 'ਚ ਚੱਲਣਾ ਬਹੁਤ ਮੁਸ਼ਕਿਲ ਹੈ। ਔਰ ਜਦੋਂ ਦਰਬਾਰਾ ਸਿੰਘ ਜੀ ਦੀ ਗੱਲ ਕਰੀਏ ਜਾਂ ਪਹਿਲਾਂ ਕੈਰੋਂ ਸਾਹਿਬ ਬਲਦੇਵ ਸਿੰਘ ਜੀ ਦੀ ਜਦੋਂ ਟਾਈਮ ਸੀਗਾ, ਉਦੋਂ ਕਾਂਗਰਸ ਸੈਂਟਰ ਦੇ ਵਿੱਚ ਵੀ ਸਰਕਾਰ 'ਚ ਸੀ। ਗਿਆਨੀ ਜੈਲ ਸਿੰਘ ਨੂੰ ਪੰਜਾਬ 'ਚੋਂ ਕੱਢ ਕੇ ਕੇਂਦਰ 'ਚ ਵਜ਼ੀਰ ਬਣਾਇਆ ਗਿਆ। ਹੁਣ ਇਸ ਵੇਲੇ ਕਾਂਗਰਸ ਕੋਲ ਸੈਂਟਰ 'ਚ ਕੁਝ ਨਹੀਂ ਹੈ। ਠੀਕ ਹੈ ਨਾ। ਇਹ ਨਹੀਂ ਕਹਿ ਸਕਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਅਸੀਂ ਸੈਂਟਰ ਦੇ ਵਿੱਚ ਮਿਨਿਸਟਰ ਬਣਾ ਦਾਂਗੇ ਜਾਂ ਚੰਨੀ ਨੂੰ ਸੈਂਟਰ 'ਚ ਮਿਨਿਸਟਰ ਬਣਾ ਦਾਂਗੇ। ਤੇ ਇਸ ਲਈ ਕਾਂਗਰਸ ਕੋਲ ਸੰਭਾਲਣਾ ਬਹੁਤ ਮੁਸ਼ਕਿਲ ਹੈ। ਮਤਲਬ ਇਹ ਕੰਬੀਨੇਸ਼ਨ ਗੇਮ ਵਿਗਾੜ ਸਕਦਾ ਇਹ ਵਿਗਾੜ ਸਕਦਾ ਹੈ ਔਰ ਜ਼ਮੀਨ ਦੇ ਉੱਤੇ ਮੈਨੂੰ ਉਸਦਾ ਅਸਰ ਦਿਖ ਵੀ ਰਿਹਾ ਕਿ ਨਾਰਥ ਇੰਡੀਆ 'ਚ ਲੀਡਰਾਂ ਦਾ ਵੀ ਅਭਾਵ ਹੈ। ਵੀਰਭਦਰ ਸਿੰਘ ਨਹੀਂ ਰਹੇ, ਕੈਪਟਨ ਅਮਰਿੰਦਰ ਸਿੰਘ ਨਹੀਂ ਰਹੇ। ਹੁਣ ਪੰਜਾਬ 'ਚ ਵੀ ਆਪਾਂ ਗੱਲ ਕਰੀਏ ਤਾਂ ਫਿਰ ਚੰਨੀ। ਹਾਂ ਹਾਂ ਬਿਲਕੁਲ। ਇੱਕ ਛੋਟਾ ਜਿਹਾ ਕਮੈਂਟ ਕਿ ਚੰਨੀ ਤੇ ਸਿੱਧੂ ਦਾ ਜਿਹੜਾ ਕੰਬੀਨੇਸ਼ਨ ਹੈ ਗੇਮ ਵਿਗਾੜ ਸਕਦਾ ਹੈ ਜਾਂ ਗੇਮ ਚੱਲੇਗੀ ਕਾਂਗਰਸੀ ਲੰਬੀ? ਮੈਨੂੰ ਲੱਗਦਾ ਗੇਮ ਲੰਬੀ ਚੱਲੂਗੀ, ਬਿਕੋਜ਼ ਜੋ ਸਤਿੰਦਰ ਨੇ ਹੁਣੇ ਕਿਹਾ ਹੈ, ਕਾਂਗਰਸ ਨਏ ਲੀਡਰ ਡਿਵੈਲਪ ਕਰ ਰਹੀ ਹੈ। ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇੱਕ ਬੈਟਰ ਰੋਲ ਦਿੱਤਾ ਜਾ ਰਿਹਾ ਹੈ। ਤੁਸੀਂ ਚਾਹੇ ਕਰਨਾਟਕ ਦਾ ਐਗਜ਼ਾਮਪਲ ਲੈ ਲਓ, ਜਿੱਥੇ ਸਿੱਧਾਰਮਈਆ ਵੀ ਹੈ, ਜਿੱਥੇ ਡੀਕੇ ਸ਼ਿਵ ਕੁਮਾਰ ਵੀ ਹੈ, ਉੱਥੋਂ ਮਲਿਕਾਰਜੁਨ ਖੜਗੇ ਜੀ ਵੀ ਆਉਂਦੇ ਨੇ, ਤੇ ਉੱਥੇ ਜੀ ਪਰਮੇਸ਼ਵਰ ਵੀ ਹੈਗੇ ਹੈ। ਦੇਰ ਆਰ ਲੋਟ ਆਫ, ਹੁਣ ਜਿਹੜਾ ਜਿਹੜਾ ਯੂਥ ਕਾਂਗਰਸ ਦਾ ਹੈਡ ਹੈ ਸ਼੍ਰੀਨਿਵਾਸ, ਉਹ ਵੀ ਉੱਧਰੋਂ ਹੀ ਆਉਂਦਾ ਹੈ। ਇੱਦਾਂ ਹੀ ਪੰਜਾਬ ਲੈ ਲਓ, ਇੱਦਾਂ ਤੁਸੀਂ ਹੁਣ ਦੇਖੋ ਡੋਟਾਸਰਾ ਹੈ। ਸਿਰਫ ਕਾਂਗਰਸ ਐਕਸਪੈਰੀਮੈਂਟ ਕਰ ਰਹੀ ਹੈ। 2024 ਦੇ ਚੁਣਾਵਾਂ ਤੋਂ ਜਾਣ ਤੋਂ ਪਹਿਲਾਂ ਕਾਂਗਰਸ ਖੂਬ ਸਾਰੇ ਹੋਰ ਲੀਡਰ ਲੈ ਕੇ ਆਉਣਾ ਚਾਹੁੰਦੀ ਹੈ, ਲੀਡਰ ਫਰਮ ਈਚ ਕਮਿਊਨਿਟੀ। ਤੇ ਹੁਣ ਜੇ ਤੁਸੀਂ ਦੇਖੋਗੇ, ਸਿੱਧੂ ਵੀ ਹੁਣ ਆਪਣੀ ਸਰਕਾਰ ਦੀ ਤਾਰੀਫ ਕਰ ਰਿਹਾ। ਜਿੱਦਾਂ ਆਪਾਂ ਕਹੀਏ ਹਜੇ ਚੋਣਾਂ ਦੇ ਅਨਾਉਂਸਮੈਂਟ ਦੇ ਵਿੱਚ ਤੇ ਚੋਣਾਂ ਤੱਕ ਟਾਈਮ ਹੈਗਾ। ਤੇ ਰਾਜਨੀਤੀ ਅਸੀਂ ਦੋਹਾਂ ਨੇ ਪਿਛਲੀ ਵਾਰੀ ਵੀ ਵੇਖੀ ਕਿਦਾਂ ਰਾਤੋਂ ਰਾਤ ਇੱਕ ਹਫ਼ਤਾ ਲੱਗਿਆ ਸੀ ਤੇ ਪੂਰੀ ਗੇਮ ਜਿਹੜੀ ਸੀਗੀ ਬਦਲ ਗਈ ਸੀ। ਤੇ ਇਟਸ ਟੂ अर्ਲੀ ਟੂ ਸੇ ਵੀ ਗੇਮ ਬਣੂਗੀ ਕਿ ਵਿਗੜੂਗੀ। ਬਟ ਇਹ ਜ਼ਰੂਰ ਹੈ ਕਿ ਕਾਂਗਰਸ ਨੇ ਇੱਕ ਬਹੁਤ ਵੱਡਾ ਦਾਅ ਖੇਲਿਆ ਹੈ, ਉਹਨਾਂ ਨੂੰ ਸੰਜੀਵਨੀ ਮਿਲੀ ਹੈ। ਤੇ ਜਿਹੜਾ ਅੱਜ ਅਸੀਂ ਇੰਟਰਵਿਊ ਵੇਖਿਆ ਹੈ, Charanjit Channi has arrived on the national platform. We can say it very well.
ਗੇਮ ਚੇਂਜਰ ਸਾਬਿਤ ਹੋਏ ਨੇ ਚਰਨਜੀਤ। ਹਾਂ, ਗੇਮ ਚੇਂਜਰ ਨੇ ਕਾਂਗਰਸ ਦੇ। ਬਾਕੀ 2022 ਚ ਕਿਵੇਂ ਪਰਫਾਰਮ ਕਰਦੇ ਨੇ ਨਵਜੋਤ ਸਿੰਘ ਸਿੱਧੂ ਤੇ ਚੰਨੀ ਦਾ ਕਿਵੇਂ ਤਾਲਮੇਲ ਬੈਠਦਾ, ਇਹ ਤਾਂ ਬਾਕੀ ਵੋਟਰ ਡਿਸਾਈਡ ਕਰਨਗੇ ਕਿ ਚੰਨੀ ਐਲਾਨਜੀਤ ਨੇ ਜਾਂ ਵਿਸ਼ਵਾਸਜੀਤ ਨੇ। ਬਾਕੀ ਪੰਜਾਬ ਤੱਕ ਤੇ ਤੁਸੀਂ ਪੰਜਾਬ ਦੀ ਹਰ ਖਬਰ ਦੇਖਦੇ ਰਹੋ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਧੰਨਵਾਦ।